8th क्लास ਅੱਜ ਅਸੀਂ ਸਾਇੰਸ ਦਾ ਤੁਹਾਡਾ ਜਿਹੜਾ ਚੈਪਟਰ ਹੈ 4th ਧਾਤਾਂ ਅਤੇ ਅਧਾਤਾਂ ਦੇ ਜਿੰਨੇ MCQs ਨੇ ਪਾਸ ਦੀ ਟੈਸਟ ਦੀ ਤਿਆਰੀ ਵਾਸਤੇ ਇਹ ਸਾਰੇ MCQs ਤੁਹਾਡੇ ਕੋਲੇ ਐਜੂਕੇਅਰ ਐਪ ਤੇ ਪਏ ਨੇ ਜਾਂ ਤੁਹਾਡੇ ਕੋਲੇ ਐਜੂਕੇਅਰ ਦੀ ਜੋ ਪੰਜਾਬ ਐਜੂਕੇਅਰ ਦੀ ਵੈਬਸਾਈਟ ਹੈ ਉੱਥੇ ਅਵੇਲੇਬਲ ਹੈ। ਤੋ ਆਓ ਅੱਜ ਅਸੀਂ ਧਾਤਾਂ ਅਤੇ ਅਧਾਤਾਂ ਮੈਟਲਸ ਅਤੇ ਨੋਨ ਮੈਟਲਸ ਜਿਨ੍ਹਾਂ ਨੂੰ ਇੰਗਲਿਸ਼ ਦੇ ਵਿੱਚ ਕਹਿੰਦੇ ਆ ਉਹਨਾਂ ਦੇ MCQs ਕਰਨੇ ਸਟਾਰਟ ਕਰਦੇ ਹਾਂ। ਤੋ ਦੋਨੇ ਮੀਡੀਅਮਸ ਦੇ ਵਿੱਚ ਦੇਖਾਂਗੇ, ਇੰਗਲਿਸ਼ 'ਚ ਵੀ ਅਤੇ ਪੰਜਾਬੀ ਦੇ ਵਿੱਚ ਵੀ। ਤੋ ਸਟਾਰਟ ਕਰਦੇ ਹਾਂ ਆਪਾਂ ਫਸਟ ਕੁਐਸਚਨ ਤੋਂ। ਆਓ ਜੀ। ਤੋ ਕਹਿ ਰਿਹਾ ਹੈ ਕਿ ਪ੍ਰਭ ਸਿਮਰਨ ਮੇਲੇ ਤੋਂ ਕਾਪਰ ਦੀ ਮੂਰਤੀ ਖਰੀਦ ਕੇ ਲਿਆਇਆ ਪਰ ਉਹ ਬੜਾ ਹੈਰਾਨ ਹੋਇਆ ਜਦੋਂ ਉਸਨੇ ਵੇਖਿਆ ਕਿ ਕੁਝ ਸਮੇਂ ਬਾਅਦ ਮੂਰਤੀ ਉੱਪਰ ਹਲਕੇ ਰੰਗ ਦੀ ਪਰਤ ਜੰਮ ਗਈ ਹੈ। ਇਹ ਕਿਸ ਪਦਾਰਥ ਦੀ ਪਰਤ ਹੈ? ਪ੍ਰਭ ਸਿਮਰਨ ਸੀ, ਉਹਨੇ ਸਟੈਚੂ ਖਰੀਦਿਆ, ਠੀਕ ਹੈ, ਉਹ ਕਿਸੇ ਫੇਅਰ 'ਤੇ ਗਿਆ ਸੀ। ਸਟੈਚੂ ਕਿਹਦਾ ਬਣਿਆ ਹੋਇਆ ਸੀਗਾ? ਕਾਪਰ ਮੈਟਲ ਦਾ ਬਣਿਆ ਹੋਇਆ ਸੀ। ਹੀ ਵਾਜ਼ ਅਸਟੋਨਿਸ਼ਡ ਟੂ ਸੀ ਦੈਟ ਦ ਸਟੈਚੂ ਵਾਜ਼ ਕਵਰਡ ਵਿਦ ਲਾਈਟ ਗ੍ਰੀਨ ਕੋਟਿੰਗ। ਸਟੈਚੂ ਜਿਹੜਾ ਸੀ ਉਹਦੇ ਉੱਤੇ ਹਲਕਾ ਹਰਾ ਰੰਗ ਆ ਗਿਆ, ਠੀਕ ਹੈ। ਉਹ ਕਹਿੰਦਾ ਪਿਆ ਜਿਹੜੀ ਹਰੇ ਰੰਗ ਦੀ ਜਿਹੜੀ ਪਰਤ ਚੜ੍ਹ ਗਈ ਹੈ, ਜਿਹੜੀ ਕੋਟਿੰਗ ਆ ਗਈ ਹੈ, ਉਹ ਕਿਹਦੇ ਕਰਕੇ ਆ ਗਈ ਹੈ? ਅੱਛਾ ਜੀ, ਹੁਣ ਜਦੋਂ ਤੁਸੀਂ ਕਾਪਰ ਬਾਰੇ ਪੜ੍ਹਿਆ ਇਸ ਯੂਨਿਟ ਵਿੱਚ ਤਾਂ ਤੁਸੀਂ ਇੱਕ ਚੀਜ਼ ਦੇਖੀ, ਤੁਹਾਨੂੰ ਉਹਨਾਂ ਨੇ ਇੱਕ ਚੀਜ਼ ਸਮਝਾਈ ਹੋਣੀ ਹੈ ਤੁਹਾਡੇ ਟੀਚਰਸ ਨੇ ਕਿ ਕਾਪਰ ਦੇ ਉੱਤੇ ਕਿਹਦਾ ਇਫੈਕਟ ਹੁੰਦਾ ਹੈ। ਕਾਪਰ ਦੇ ਉੱਤੇ ਏਅਰ ਦਾ ਇਫੈਕਟ ਹੁੰਦਾ ਹੈ ਨਾ। ਏਅਰ ਵਿੱਚ ਕੌਣ ਹੈ? ਏਅਰ ਵਿੱਚ ਸਭ ਕੁਛ ਹੈ। ਏਅਰ ਇਜ਼ ਅ ਮਿਕਸਚਰ ਆਫ ਗੈਸਿਸ, ਹੈ ਨਾ। ਏਅਰ ਕੀ ਹੈ? ਹਵਾ ਦਾ, ਬਹੁਤ ਸਾਰੀਆਂ ਗੈਸਾਂ ਦਾ ਕੀ ਹੈ? ਮਿਸ਼ਰਣ ਹੈ। ਤਾਂ ਕਾਪਰ ਦੇ ਉੱਤੇ ਕਿਹਦਾ ਅਟੈਕ ਹੁੰਦਾ? ਕਾਪਰ ਦੇ ਉੱਤੇ ਆਕਸੀਜਨ ਦਾ ਅਟੈਕ ਹੁੰਦਾ। ਕਾਪਰ ਦੇ ਉੱਤੇ ਕਾਰਬਨ ਡਾਈਆਕਸਾਈਡ, ਹਵਾ ਵਿਚਲੀ ਕਾਰਬਨ ਡਾਈਆਕਸਾਈਡ ਦਾ ਅਟੈਕ ਹੁੰਦਾ। ਅੱਛਾ, ਹਵਾ ਦੇ ਵਿੱਚ ਨਾਲ ਦੀ ਨਾਲ ਥੋੜ੍ਹੀ ਜਿਹੀ ਨਮੀ, ਪਾਣੀ ਵੀ ਹੁੰਦਾ ਹੈ ਨਾ, ਨਮੀ ਵੀ ਹੁੰਦੀ ਹੈ, ਹਿਊਮਿਡਿਟੀ ਵੀ ਹੁੰਦੀ ਹੈ। ਇਹ ਸਾਰੇ ਮਿਲ ਕੇ ਕੀ ਕਰਦੇ ਨੇ? ਕਾਪਰ ਦੇ ਉੱਤੇ ਕੀ ਕਰਦੇ ਨੇ? ਕਾਪਰ ਦੇ ਉੱਤੇ ਕੁਛ ਬਣਾ ਦਿੰਦੇ ਨੇ। ਉਹ ਕੀ ਬਣਾ ਦਿੰਦੇ ਨੇ? ਉਹ ਬਣਾ ਦਿੰਦੇ ਨੇ ਤੁਹਾਡੇ ਕੋਲੇ ਕਾਪਰ ਹਾਈਡਰੋਕਸਾਈਡ। ਧਿਆਨ ਨਾਲ ਦੇਖੋ ਮੈਂ ਕੀ ਬੋਲਿਆ, ਕਾਪਰ ਹਾਈਡਰੋਕਸਾਈਡ ਤੇ ਨਾਲ ਦੀ ਨਾਲ ਕਾਪਰ ਕਾਰਬੋਨੇਟ CuCO3। ਜਦੋਂ ਤੁਹਾਨੂੰ ਇਹ ਦੱਸਿਆ ਸੀ ਤਾਂ ਉਹਨਾਂ ਨੇ ਕਿਹਾ ਸੀ ਤੁਹਾਨੂੰ ਕਿ ਬਈ ਨਾਮ ਇਹਨਾਂ ਦੇ ਕੈਮੀਕਲ ਨੇਮ, ਜਿੱਦਾਂ ਮੈਂ ਬੋਲਿਆ ਕਾਪਰ ਕਾਰਬੋਨੇਟ, ਠੀਕ ਹੈ ਜੀ, ਤੇ ਇਹਨਾਂ ਦੇ ਫਾਰਮੂਲੇ CuCO3। ਮੈਨੂੰ ਉੱਪਰ ਵਾਲੇ ਨੂੰ ਬੋਲਿਆ ਕਾਪਰ ਹਾਈਡਰੋਕਸਾਈਡ ਤੇ ਮੈਂ ਨਾਲ ਦੀ ਨਾਲ ਇਹਦਾ ਨਾਮ ਬੋਲ ਰਹੀ ਹਾਂ ਤੇ ਲਿਖ ਵੀ ਰਹੀ ਹਾਂ CuOH ਟਵਾਈਸ, ਹੈ ਨਾ। ਤਾਂ ਇਹ ਦੋਨੇ ਚੀਜ਼ਾਂ ਬਣ ਜਾਂਦੀਆਂ ਨੇ ਕਾਪਰ ਦੇ ਉੱਤੇ ਤੇ ਜਿਸ ਕਰਕੇ ਉਹਨਾਂ ਦਾ ਰੰਗ ਕੀ ਆ ਜਾਂਦਾ ਹੈ? ਹਰਾ। ਤਾਂ ਤੁਸੀਂ ਸਿਰਫ ਇਹ ਆਪਸ਼ਨ ਲੱਭਣੀ ਹੈ ਕਿ ਕਿੱਥੇ ਕਾਪਰ ਹਾਈਡਰੋਕਸਾਈਡ ਤੇ ਕਾਪਰ ਕਾਰਬੋਨੇਟ ਲਿਖਿਆ ਹੋਇਆ ਹੈ। ਤਾਂ ਦੇਖੋ ਜੀ, ਪਹਿਲੀ ਆਪਸ਼ਨ ਹੈ ਜਿਹੜੀ ਕਾਪਰ ਹਾਈਡਰੋਕਸਾਈਡ ਤੇ ਕਾਪਰ ਕਾਰਬੋਨੇਟ ਦਾ ਮਿਸ਼ਰਣ, ਸਾਡੇ ਕੋਲੇ ਪਹਿਲੀ ਆਪਸ਼ਨ ਹੀ ਸਹੀ ਆ ਗਈ। ਹੁਣ ਜੇਕਰ ਅਸੀਂ ਉਹ ਜਦੋਂ ਕਾਪਰ ਦੀਆਂ ਪ੍ਰੋਪਰਟੀਜ਼ ਸਮਝਾਉਂਦੇ ਸੀ, ਕਾਪਰ ਦੀਆਂ ਵਿਸ਼ੇਸ਼ਤਾਵਾਂ ਸਮਝਾ ਰਹੇ ਸੀ, ਉਦੋਂ ਅਸੀਂ ਬਹੁਤ ਧਿਆਨ ਦੇ ਨਾਲ ਸੁਣਿਆ ਹੋਊਗਾ, ਆਪਣੀ ਕਾਪੀ ਤੇ ਲਿਖਿਆ ਹੋਊਗਾ, ਫਾਰਮੂਲੇ ਵੀ ਲਿਖੇ ਹੋਣਗੇ, ਇਹਨਾਂ ਦੇ ਕੈਮੀਕਲ ਨੇਮ ਵੀ ਲਿਖੇ ਹੋਣਗੇ, ਠੀਕ ਹੈ, ਰਸਾਇਣਿਕ ਸੂਤਰ ਤੇ ਰਸਾਇਣਿਕ ਨਾਮ ਦੋਨੋਂ ਲਿਖੇ ਹੋਣਗੇ। ਫਿਰ ਇਹ ਕੁਐਸਚਨ ਸਾਡੇ ਵਾਸਤੇ ਕਰਨਾ ਮਿੰਟਾਂ ਸਕਿੰਟਾਂ ਦਾ ਹੋਊਗਾ ਤੇ ਅਸੀਂ ਫਟਾਫਟ ਕਿਹਨੂੰ ਟਿਕ ਕਰ ਦੇਵਾਂਗੇ? ਊੜੇ ਨੂੰ, ਠੀਕ ਹੈ ਜੀ। ਇਹ ਆਪਸ਼ਨ ਠੀਕ ਹੈ, ਕਾਪਰ ਹਾਈਡਰੋਕਸਾਈਡ ਤੇ ਕਾਪਰ ਕਾਰਬੋਨੇਟ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਆਓ, ਕਹਿੰਦਾ ਪਿਆ ਜੋ ਤੁਹਾਡੇ ਕੋਲੇ ਥਰਮਾਮੀਟਰ ਹੈ ਵਿੱਚ ਇੱਕ ਧਾਤ ਭਰੀ ਹੁੰਦੀ ਹੈ। ਇਹ ਤਾਂ ਤੁਹਾਨੂੰ ਹੁਣੇ ਮੇਰੇ ਥਰਮਾਮੀਟਰ ਬੋਲਦੇ ਹੀ ਤੁਹਾਡੇ ਦਿਮਾਗ 'ਚ ਆ ਜਾਣਾ ਚਾਹੀਦਾ ਹੈ ਨਾ। ਜੋ ਕਮਰੇ ਦੇ ਤਾਪਮਾਨ ਤੇ ਦਰਵ ਅਵਸਥਾ ਵਿੱਚ ਹੁੰਦੀ ਹੈ, ਇਸ ਧਾਤ ਦਾ ਨਾਮ ਕੀ ਹੈ? ਸਾਰਿਆਂ ਨੂੰ ਪਤਾ ਹੈ ਤਾਂ, ਹੈ ਨਾ। ਨੇਮ ਦਾ ਮੈਟਲ ਵਿਚ ਇਜ਼ ਯੂਜ਼ਡ ਇਨ ਥਰਮਾਮੀਟਰ ਐਂਡ ਇਟ ਇਜ਼ ਇਨ ਲਿਕੁਇਡ ਸਟੇਟ ਐਟ ਰੂਮ ਟੈਂਪਰੇਚਰ। ਕਿਹੜੀ ਹੁੰਦੀ ਹੈ ਉਹ? ਮਰਕਰੀ ਹੁੰਦੀ ਹੈ ਨਾ, ਮਰਕਰੀ। ਤੋ ਕਿਹੜਾ ਆਪਸ਼ਨ ਸਹੀ ਹੈ? ਤੁਸੀਂ ਸਿਰਫ ਮਰਕਰੀ ਲੱਭਣਾ, ਠੀਕ ਹੈ ਜੀ। ਨੈਕਸਟ ਆਓ, ਨੈਕਸਟ ਹੈ ਸਾਡੇ ਕੋਲੇ ਕੁਐਸਚਨ ਨੰਬਰ 3rd। ਕੁਐਸਚਨ ਨੰਬਰ 3rd ਹੈ ਤਜਿੰਦਰ ਐਕਸੀਡੈਂਟਲੀ ਲੈਫਟ ਆ ਨॉन ਮੈਟਲ ਇਨ ਦਾ ਓਪਨ ਏਅਰ, ਦਾ ਨॉन ਮੈਟਲ ਸਟਾਰਟ ਬਰਨਿੰਗ, ਨੇਮ ਦਾ ਨॉन ਮੈਟਲ। ਹੁਣ ਧਾਤਾਂ ਤੇ ਅਧਾਤਾਂ ਦੇ ਮਿਕਸ ਕੁਐਸਚਨ ਆਣਗੇ। ਹੁਣ ਨॉन ਮੈਟਲ ਹੈ, ਅਧਾਤ ਦਾ ਕੁਐਸਚਨ ਹੈ। ਕਹਿੰਦਾ ਤਜਿੰਦਰ ਨੇ ਭੁਲੇਖੇ ਨਾਲ ਇੱਕ ਅਧਾਤ ਨੂੰ ਕੀ ਕਰ ਦਿੱਤਾ? ਹਵਾ ਵਿੱਚ ਖੁੱਲਾ ਰੱਖ ਦਿੱਤਾ ਤੇ ਉਹ ਜਲਣ ਲੱਗ ਪਈ। ਉਸ ਅਧਾਤ ਦਾ ਨਾਮ ਦੱਸੋ। ਦੇਖੋ ਤੁਹਾਨੂੰ ਜਦੋਂ ਤੁਹਾਡੇ ਮੇਰੇ ਮੈਡਮ ਦਾ ਨਾਮ ਹੈ, ਜਿਹੜੇ ਮੈਨੂੰ ਸਕੂਲ 'ਚ ਪੜ੍ਹਾਉਂਦੇ ਸੀ, ਸ਼੍ਰੀਮਤੀ ਰਾਜਸ਼ਮਾ ਮੈਡਮ ਨੇ ਜਦੋਂ ਸਾਨੂੰ ਇਹ ਵਾਲਾ ਕੁਐਸਚਨ ਸਮਝਾਇਆ ਸੀ ਨਾ ਕਿ ਕਿਹੜੀ ਅਧਾਤ ਆਪਣੇ ਆਪ ਜਲਣ ਲੱਗ ਪੈਂਦੀ ਹੈ, ਤਾਂ ਮੈਡਮ ਨੇ ਇੱਕ ਵਾਰੀ ਸਾਨੂੰ ਸਟੋਰੀ ਸੁਣਾਈ ਸੀ। ਉਸ ਸਟੋਰੀ ਵਿੱਚ ਮੈਡਮ ਨੇ ਕਿਹਾ ਸੀ ਕਦੀ ਕਦੀ ਨਾ ਲੋਕੀ ਜਦੋਂ ਸਿਵਿਆਂ ਦੇ ਮੂਹਰੇ ਲੰਘਦੇ ਹੁੰਦੇ ਆ ਨਾ, ਉਹਨਾਂ ਨੂੰ ਨਾ ਉੱਧਰ ਕੀ ਦਿਖਦਾ ਹੈ?
ਨੇ ਸਾਨੂੰ ਦੱਸਿਆ ਕਿ ਬਈ ਇਦਾਂ ਇਦਾਂ ਹੁੰਦਾ ਕੀ ਹੈ, ਕਈ ਬੰਦਿਆਂ ਨੂੰ ਨਾ ਉੱਥੇ ਲਾਈਟਾਂ ਜਗਦੀਆਂ ਦਿਖਦੀਆਂ, ਉਹ ਕਹਿੰਦੇ ਉਹ ਨਹੀਂ, ਉੱਥੇ ਅੱਗ ਲੱਗੀ ਹੋਈ ਸਿਵਿਆਂ ਵਿੱਚ, ਉਹ ਅੱਗ ਨਹੀਂ ਲੱਗੀ ਹੁੰਦੀ। ਸਿਵਿਆਂ ਵਿੱਚ ਕਿਹਨਾਂ ਨੂੰ ਜਲਾਉਂਦਾ, ਬੰਦਿਆਂ ਨੂੰ ਜਲਾਉਂਦਾ ਹੈ ਨਾ। ਤਾਂ ਬੰਦਿਆਂ ਦੇ ਸਰੀਰ ਵਿੱਚ ਹੱਡੀਆਂ ਹੁੰਦੀਆਂ, ਹੱਡੀਆਂ ਵਿੱਚ ਕੌਣ ਹੁੰਦਾ, ਹੱਡੀਆਂ ਵਿੱਚ ਕੀ ਹੈ ਇੱਕ ਚੀਜ਼ ਮੌਜੂਦ, ਫਾਸਫੋਰਸ। ਜੋ ਫਾਸਫੋਰਸ ਦਾ ਇਗਨੀਸ਼ਨ ਟੈਂਪਰੇਚਰ ਬੜਾ ਘੱਟ ਹੈ, ਉਹ ਬੜੀ ਜਲਦੀ ਅੱਗ ਫੜ ਲੈਂਦੀ ਹੈ, ਠੀਕ ਹੈ। ਤਾਂ ਉੱਥੇ ਕੀ ਜਲਦਾ ਪਿਆ ਹੁੰਦਾ ਹੈ, ਫਾਸਫੋਰਸ ਜਲਦੀ ਪਈ ਹੁੰਦੀ ਹੈ। ਉੱਥੇ ਕੋਈ ਅੱਗ ਲਾ ਕੇ ਨਹੀਂ ਬੈਠਾ ਹੁੰਦਾ, ਜਾਂ ਉੱਥੇ ਕੋਈ ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਭੂਤ ਜਾਂ ਕੁਝ ਹੋਰ, ਐਦਾਂ ਦਾ ਕੁਝ ਨਹੀਂ ਹੁੰਦਾ, ਠੀਕ ਹੈ। ਉੱਥੇ ਕੀ ਹੁੰਦਾ, ਉੱਥੇ ਹੁੰਦਾ ਹੈ ਫਾਸਫੋਰਸ, ਜਿਹਦਾ ਇਗਨੀਸ਼ਨ ਟੈਂਪਰੇਚਰ ਬਹੁਤ ਘੱਟ ਹੋਣ ਕਰਕੇ ਬਹੁਤ ਜਲਦੀ ਕੀ ਕਰ ਜਾਂਦਾ, ਅੱਗ ਫੜ ਜਾਂਦਾ। ਤਾਂ ਕਿਹੜੀ ਧਾਤ ਹੈ ਜਿਹੜੀ ਹਵਾ ਵਿੱਚ ਖੁੱਲਾ ਰੱਖਣ ਤੇ ਫਟਾਫਟ ਅੱਗ ਫੜ ਲੈਂਦੀ ਹੈ, ਫਾਸਫੋਰਸ, ਨੌਨ ਮੈਟਲ, ਠੀਕ ਹੈ। ਤੁਸੀਂ ਕਿਹਨੂੰ ਟਿਕ ਕਰਾਂਗੇ, ਫਾਸਫੋਰਸ ਦੀ ਆਪਸ਼ਨ ਨੂੰ ਟਿਕ ਕਰਾਂਗੇ। ਹੁਣ ਤੁਹਾਨੂੰ ਕਹਾਣੀ ਵੀ ਆ ਗਈ, ਹੁਣੇ ਤੁਹਾਨੂੰ ਭੁੱਲੂਗਾ ਨਹੀਂ ਕਦੀ। ਮੰਦਰ ਵਿੱਚ ਘੰਟੀ ਲੱਕੜੀ ਦੀ ਨਾ ਹੋ ਕੇ ਧਾਤ ਦੀ ਹੁੰਦੀ ਹੈ। ਧਾਤਾਂ ਗਾਇਨ ਧੁਨਾਂ ਪੈਦਾ ਕਰਦੀਆਂ ਹਨ, ਇਸ ਲਈ ਉਹ ਡੈਸ਼ ਖਵਾਉਂਦੀਆਂ ਹਨ। ਇਨ ਟੈਂਪਲਸ, ਤੁਸੀਂ ਮੰਦਰ ਜਾਂਦੇ ਹੋ, ਬੈਲ ਕਾਹਦੀ ਬਣੀ ਹੁੰਦੀ ਹੈ, ਬੈਲ ਲੱਕੜ ਦੀ ਨਹੀਂ ਬਣੀ ਹੁੰਦੀ, ਜਦ ਕਿ ਕਿਹਦੀ ਬਣੀ ਹੁੰਦੀ ਹੈ, ਮੈਟਲ ਦੀ। ਕਿਉਂ, ਮੈਟਲ ਪ੍ਰੋਡਿਊਸਿਸ ਸਾਊਂਡ ਵੇਵਸ, ਦੈਟਸ ਵਾਈ ਦੇ ਆਰ ਕਾਲਡ, ਕੀ ਹੁੰਦੇ ਨੇ ਜਿਹੜੀਆਂ ਚੀਜ਼ਾਂ ਧੁਨੀ ਪੈਦਾ ਕਰਦੀਆਂ ਨੇ ਉਹਨਾਂ ਨੂੰ ਕੀ ਕਹਿੰਦੇ ਨੇ, ਧੁਨਿਕ, ਔਰ ਇੰਗਲਿਸ਼ ਕੀ ਕਹਿੰਦੇ ਨੇ, ਸਨੋਰਸ, ਠੀਕ ਹੈ ਜੀ। ਤੁਸੀਂ ਕਿਹਨੂੰ ਟਿਕ ਕਰਾਂਗੇ, ਸੱਸੇ ਨੂੰ, ਠੀਕ, ਡੀ ਆਪਸ਼ਨ ਨੂੰ। ਲਓ ਜੀ ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 5 ਹੈ ਤੁਹਾਡੇ ਕੋਲੇ। ਕਹਿੰਦਾ ਗੈਸ ਦੇ ਪਰੀਖਣ ਸਮੇਂ ਅਧਿਆਪਕ ਦੁਆਰਾ ਪਰਖਣਲੀ ਵਿੱਚ ਮੂੰਹ ਦੇ ਕੋਲੇ ਬਲਦੀ ਹੋਈ ਮਾਚਿਸ ਦੀ ਤੀਲੀ ਲਿਆਉਣ ਤੇ ਪੌਪ ਦੀ ਸਾਊਂਡ ਪੈਦਾ ਹੁੰਦੀ ਹੈ, ਇਹ ਕਿਹੜੀ ਗੈਸ ਹੈ। ਵਾਈਲ ਪਰਫਾਰਮਿੰਗ ਟੈਸਟ ਫॉर द gas evolved when the teacher brought the burning matchstick near the mouth of the test tube, the gas evolved burnt by producing the pop sound, ਠੀਕ ਹੈ। ਤਾਂ ਕੀ ਕਰਦੇ ਪਏ ਆ, ਤੁਹਾਡੇ ਮੈਡਮ ਇੱਕ ਐਕਸਪੈਰੀਮੈਂਟ ਕਰਾ ਰਹੇ ਹੈ ਇੱਥੇ, ਤੁਹਾਡੇ ਮੈਡਮ ਨੇ ਇਹਦੇ ਵਿੱਚ ਕੋਈ ਐਕਸਪੈਰੀਮੈਂਟ ਕੀਤਾ, ਉਸ ਦੌਰਾਨ ਕੋਈ ਗੈਸ ਨਿਕਲੀ, ਠੀਕ ਹੈ। ਤੁਸੀਂ ਕੀ ਕੀਤਾ, ਉਸ ਗੈਸ ਦੇ ਕੋਲੇ ਤੀਲੀ ਲਿਆਂਦੀ ਇੱਕ, ਠੀਕ ਹੈ, ਤੀਲੀ ਬਲਦੀ ਹੋਈ ਤੀਲੀ ਲਿਆਂਦੀ। ਤਾਂ ਜਿੱਦਾਂ ਤੁਸੀਂ ਇਹਦੇ ਕੋਲੇ ਤੀਲੀ ਲਿਆਂਦੀ ਨਾ, ਗੈਸ ਦੇ ਕੋਲੇ ਆਵਾਜ਼ ਆਈ ਠਾ, ਪੌਪ ਦੀ, ਪੌਪ ਅਪ ਜਿੱਦਾਂ ਆਉਂਦੀ ਹੈ ਨਾ, ਠਾ ਠਾ ਦੀ ਆਵਾਜ਼ ਆਉਂਦੀ ਹੈ। ਕਿਉਂ ਆਈ, ਉਹ ਕਹਿੰਦਾ ਕਿਉਂ ਆਉਂਦੀ ਪਈ ਹੈ ਤੁਹਾਡੇ ਕੋਲੇ, ਇਸ ਕਰਕੇ ਆਉਂਦੀ ਪਈ ਹੈ ਕਿ ਉਹ ਗੈਸ ਕਾਰਬਨ ਡਾਈਆਕਸਾਈਡ ਹੈ। ਨਹੀਂ, ਕਾਰਬਨ ਡਾਈਆਕਸਾਈਡ ਤਾਂ ਬਿਲਕੁਲ ਵੀ ਕੀ ਕਰਦੀ ਹੈ, ਜੋ ਜਲਣ ਕਿਰਿਆ ਹੈ ਉਹਨੂੰ ਬਿਲਕੁਲ ਸਪੋਰਟ ਨਹੀਂ ਕਰਦੀ, ਹੈ ਨਾ। ਆਕਸੀਜਨ ਉਹਨੂੰ ਹੋਰ ਜਲਾਊਗੀ ਪਰ ਆਵਾਜ਼ ਨਹੀਂ ਆਊਗੀ। ਨਾਈਟ੍ਰੋਜਨ ਵੀ ਸਪੋਰਟਰ ਨਹੀਂ ਹੈ ਕੰਬਸ਼ਨ ਦਾ, ਜਲਣ ਦਾ, ਇਹ ਵੀ ਸਪੋਰਟਰ ਨਹੀਂ ਹੈ। ਤਾਂ ਕਿਹੜਾ ਬਚਿਆ, ਹਾਈਡਰੋਜਨ ਗੈਸ ਜਦੋਂ ਨਿਕਲਦੀ ਹੈ ਤਾਂ ਕੀ ਹੁੰਦਾ, ਪੌਪ ਦੀ ਸਾਊਂਡ ਆਉਂਦੀ ਹੈ, ਠੀਕ ਹੈ। ਤਾਂ ਅਸੀਂ ਕਿਹੜੀ ਆਪਸ਼ਨ ਨੂੰ ਟਿਕ ਕਰਾਂਗੇ, ਸੱਸੇ ਵਾਲੀ ਆਪਸ਼ਨ ਨੂੰ ਕੀ ਕਰਾਂਗੇ, ਅਸੀਂ ਟਿਕ ਕਰਾਂਗੇ, ਠੀਕ ਹੈ ਜੀ। ਆਓ ਹੁਣ ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਹੈ, ਪਹਿਲਾਂ ਇਹਨੂੰ ਪੰਜਾਬੀ ਦੇ ਵਿੱਚ ਪੜ੍ਹਦੇ ਹਾਂ। ਤਾਂ ਕਹਿ ਰਿਹਾ ਨੈਕਸਟ ਕੁਐਸਚਨ, ਕੁਐਸਚਨ ਨੰਬਰ 6 ਦੇ ਵਿੱਚ ਕਹਿੰਦਾ ਬਲਕਰਨ ਨੇ ਲੋਹੇ ਦੀ ਇੱਕ ਕਿੱਲ ਨੂੰ ਕਾਪਰ ਸਲਫੇਟ ਦੇ ਘੋਲ ਵਿੱਚ ਰੱਖ ਦਿੱਤਾ। ਕਾਪਰ ਸਲਫੇਟ ਦੇ ਨੀਲੇ ਰੰਗ ਦੇ ਘੋਲ ਵਿੱਚ ਕੀ ਪਰਿਵਰਤਨ ਹੋਵੇਗਾ। ਹਾਂਜੀ, ਕੀ ਪਰਿਵਰਤਨ ਹੋਵੇਗਾ। ਪਹਿਲਾ ਆਪਸ਼ਨ ਹੈ ਜੋ ਨੀਲਾ ਰੰਗ ਗੁਲਾਬੀ ਹੋ ਜਾਵੇਗਾ, ਨੀਲਾ ਰੰਗ ਹਰਾ ਹੋ ਜਾਵੇਗਾ, ਨੀਲਾ ਰੰਗ ਕਾਲਾ ਹੋ ਜਾਵੇਗਾ, ਕੋਈ ਪਰਿਵਰਤਨ ਨਹੀਂ ਹੋਵੇਗਾ। ਤਾਂ ਕੀ ਹੁੰਦਾ ਹੈ ਜਦੋਂ ਤੁਹਾਨੂੰ ਇਹ ਕਰਾਇਆ ਸੀ ਐਕਸਪੈਰੀਮੈਂਟ, ਜਿਹਦੇ ਵਿੱਚ ਤੁਹਾਡੇ ਕੋਲੇ ਕੀ ਹੁੰਦਾ, ਇੱਕ ਬੀਕਰ ਲਿਆ ਹੁੰਦਾ ਤੁਸੀਂ, ਉਹਦੇ ਵਿੱਚ ਕੀ ਪਾਇਆ ਹੁੰਦਾ, ਕਾਪਰ ਸਲਫੇਟ ਦਾ ਘੋਲ। ਅੱਛਾ ਜੀ, ਕਾਪਰ ਸਲਫੇਟ ਦਾ ਜਿਹੜਾ ਘੋਲ ਹੈ ਉਹਦੀ ਖਾਸੀਅਤ ਕੀ ਹੈ, ਉਹਦਾ ਰੰਗ ਕਿੱਦਾਂ ਦਾ ਹੁੰਦਾ, ਬਲੂ ਕਲਰ ਹੁੰਦਾ ਉਹਦਾ, ਬਲੂ, ਠੀਕ ਹੈ, ਨੀਲਾ ਰੰਗ ਹੁੰਦਾ। ਪਰ ਜਿੱਦਾਂ ਤੁਸੀਂ ਕੀ ਕਰਦੇ ਆ, ਇੱਕ ਕਿੱਲ ਨੂੰ, ਲੋਹੇ ਦੀ ਇੱਕ ਕਿੱਲ ਨੂੰ ਇਹਦੇ ਵਿੱਚ ਸੁੱਟ ਦਿੰਦੇ ਹੋ, ਤਾਂ ਕਹਿੰਦਾ ਪਿਆ ਦੱਸੋ ਇਹਦਾ ਨੀਲੇ ਰੰਗ ਨੂੰ ਕੀ ਹੁੰਦਾ, ਨੀਲਾ ਰੰਗ ਕੀ ਹੋਣਾ ਸ਼ੁਰੂ ਹੋ ਜਾਂਦਾ, ਗੁਲਾਬੀ, ਹਰਾ, ਕਾਲਾ, ਜਾਂ ਕੋਈ ਪਰਿਵਰਤਨ ਨਹੀਂ ਹੁੰਦਾ ਕੋਈ ਪਰਿਵਰਤਨ ਤਾਂ ਹੁੰਦਾ, ਰੰਗ ਕੀ ਹੋ ਜਾਂਦਾ ਤੁਹਾਡੇ ਕੋਲੇ ਉਹਦਾ, ਹਰਾ, ਹੈ ਨਾ। ਤਾਂ ਨੀਲੇ ਰੰਗ ਤੋਂ ਕੀ ਹੋ ਜਾਂਦਾ ਹੈ, ਹਰਾ। ਤਾਂ ਅਸੀਂ ਕਿਹਨੂੰ ਟਿਕ ਕਰਾਂਗੇ, ਇਹ ਵਾਲੀ ਆਪਸ਼ਨ ਲੱਭ ਕੇ, ਇਹ ਆਪਸ਼ਨ ਹੈ ਨੀਲਾ ਰੰਗ ਹਰਾ ਹੋ ਜਾਵੇਗਾ, ਠੀਕ ਹੈ। ਉਸ ਤੋਂ ਬਾਅਦ ਹੈ 7th ਕੁਐਸਚਨ, ਮੋਹਿਤ ਨੂੰ ਥੋੜਾ ਜਿਹਾ ਕੰਮ ਕਰਨ ਤੇ ਥਕਾਵਟ ਹੋ ਜਾਂਦੀ ਸੀ। ਡਾਕਟਰ ਕੋਲ ਜਾਣ ਤੇ ਉਸਨੂੰ ਪਤਾ ਲੱਗਾ ਕਿ ਉਸਦੇ ਸਰੀਰ ਵਿੱਚ ਆਇਰਨ ਦੀ ਕਮੀ ਹੈ। ਮੋਹਿਤ ਦੇ ਸਰੀਰ ਵਿੱਚ ਆਇਰਨ ਕਿੱਥੇ ਹੋ ਸਕਦਾ ਹੈ। ਕੁਝ ਬੱਚੇ ਕੀ ਹੁੰਦੇ ਨੇ, ਤੁਸੀਂ ਆਪਣੇ ਟੀਚਰਸ ਦੇ ਮੂੰਹੋਂ ਸੁਣਿਆ ਹੋਣਾ, ਕੁਝ ਬੱਚੇ ਕੀ ਹੁੰਦੇ ਨੇ, ਤੁਹਾਡੇ ਟੀਚਰ ਕਹਿੰਦੇ ਹੁੰਦੇ ਇਹ ਬੱਚਾ ਅਨੀਮਿਕ ਹੈ ਨਾ। ਅਸੀਂ ਜਾਂ ਡਾਕਟਰ ਤੇ ਜਾਂਦੇ ਆ, ਉਹ ਕਹਿ ਦਿੰਦੇ ਆ ਜੀ ਇਹ ਬੱਚਾ ਅਨੀਮਿਕ ਹੈ, ਕਹਿੰਦੇ ਆ ਨਾ। तो ਉਹਦੇ ਵਰਗਾ, ਉਹਦੇ ਰਿਲੇਟਡ ਕੁਐਸਚਨ ਹੈ। ਮੋਹਿਤ ਫੈਲਟ ਟਾਇਰਡ ਆਫਟਰ ਡੂਇੰਗ ਅ ਲਿਟਲ ਵਰਕ ਓਨਲੀ, ਥੋੜਾ ਜਿਹਾ ਕੰਮ ਕਰਨ ਤੇ ਉਹ ਥੱਕ ਜਾਂਦਾ ਹੈ। ਵੈਨ ਹੀ ਵਿਜ਼ਿਟਡ ਹਿਜ਼ ਡਾਕਟਰ
when he visited his doctor, he was told that he had iron deficiency. Where did Mohit have iron in his body? ਕਿੱਥੇ ਹੁੰਦਾ iron ਉਹਨਾਂ ਦੇ bones ਦੇ ਵਿੱਚ? ਨਹੀਂ, bones ਦੇ ਵਿੱਚ ਨਹੀਂ ਹੁੰਦਾ, ਠੀਕ ਹੈ। in blood, ਹਾਂਜੀ, ਖੂਨ ਦੇ ਵਿੱਚ ਹੁੰਦਾ ਹੈ। ਵਾਲਾਂ ਵਿੱਚ ਵੀ ਨਹੀਂ ਹੁੰਦਾ। none of these ਵੀ ਗਲਤ ਹੈ। ਕਿੱਥੇ ਹੁੰਦਾ ਹੈ? ਜਿਹੜੀ ਜਿਸ ਚੀਜ਼ ਦੀ ਕਮੀ ਹੈ ਉਹਦੇ ਵਿੱਚ ਆਇਰਨ ਦੀ ਕਮੀ ਹੈ। ਆਇਰਨ ਕਿੱਥੇ ਮੌਜੂਦ ਹੁੰਦਾ ਹੈ? ਲਹੂ ਵਿੱਚ ਮੌਜੂਦ ਹੁੰਦਾ ਹੈ, ਠੀਕ ਹੈ ਜੀ। ਕਰੀਏ ਹੁਣ ਅਗਲਾ ਕੁਐਸਚਨ। ਲਓ ਨੈਕਸਟ ਕੁਐਸਚਨ ਦੇਖੋ। ਨੈਕਸਟ ਕੁਐਸਚਨ ਹੈ ਕੁਐਸਚਨ ਨੰਬਰ 8। ਕਹਿ ਰਿਹਾ ਹੈ ਮੈਗਨੀਸ਼ੀਅਮ ਆਕਸਾਈਡ ਮੈਗਨੀਸ਼ੀਅਮ ਰਿਬਨ ਨੂੰ ਹਵਾ ਵਿੱਚ ਜਲਾ ਕੇ ਪ੍ਰਾਪਤ ਹੁੰਦਾ ਹੈ। ਇਸ ਦਾ ਸੁਭਾਅ ਕਿਹੋ ਜਿਹਾ ਹੁੰਦਾ ਹੈ? ਅੱਛਾ ਜੀ, ਮੈਗਨੀਸ਼ੀਅਮ ਆਕਸਾਈਡ ਹੈ, ਠੀਕ ਹੈ, ਇਹ ਹੈ ਮੈਗਨੀਸ਼ੀਅਮ ਆਕਸਾਈਡ। ਇਹਦਾ ਫਾਰਮੂਲਾ ਹੈ, ਇਹਦਾ ਨਾਮ ਕੀ ਹੈ? ਮੈਗਨੀਸ਼ੀਅਮ ਆਕਸਾਈਡ। ਕਿੱਦਾਂ ਪ੍ਰਾਪਤ ਹੁੰਦਾ ਹੈ? ਕਿੱਦਾਂ ਪ੍ਰਾਪਤ ਹੁੰਦਾ ਹੈ? ਜਦੋਂ ਅਸੀਂ ਮੈਗਨੀਸ਼ੀਅਮ ਨੂੰ ਹਵਾ ਵਿੱਚ ਕੀ ਕਰਦੇ ਹਾਂ? ਜਲਾਉਂਦੇ ਹਾਂ। ਤਾਂ ਤੁਸੀਂ ਇਹ ਵਾਲਾ ਐਕਸਪੈਰੀਮੈਂਟ ਵੇਖਿਆ ਹੋਇਆ। ਇਹ ਹੁੰਦਾ ਮੈਗਨੀਸ਼ੀਅਮ ਰਿਬਨ। ਅਸੀਂ ਕੀ ਕਰਦੇ ਹਾਂ? ਟੋਂਗ ਦੇ ਨਾਲ ਇਹਨੂੰ ਫੜਦੇ ਹਾਂ, ਹੈ ਨਾ। ਤੋ ਇੱਥੇ ਕੀ ਕਰਦੇ ਹਾਂ? ਇਹਨੂੰ ਇਗਨਾਈਟ ਕਰਦੇ ਹਾਂ। ਕੀ ਪ੍ਰੋਡਿਊਸ ਹੁੰਦਾ? ਵਾਈਟ ਡੈਸਲਿੰਗ ਵਾਈਟ ਲਾਈਟ ਪ੍ਰੋਡਿਊਸ ਹੁੰਦੀ ਹੈ ਨਾ। ਚਲੋ ਹੁਣ ਕਹਿੰਦਾ ਪਿਆ ਜਿਹੜਾ ਡੈਜ਼ਲਿੰਗ ਵਾਈਟ ਲਾਈਨ ਤੋਂ ਬਾਅਦ ਜਦੋਂ ਤੁਸੀਂ ਐਕਸਪੈਰੀਮੈਂਟ ਕਰਦੇ ਆ, ਥੱਲੇ ਇੱਕ ਵਾਚ ਗਲਾਸ ਵੀ ਰੱਖਦੇ ਆ। ਜਿਹੜੀ ਚੀਜ਼ ਜਲ ਰਹੀ ਹੁੰਦੀ ਹੈ, ਐਸ਼ ਜਿਹੜੀ ਇਹਦੀ ਸੁਆਹ ਬਣਦੀ ਹੈ, ਉਹ ਥੱਲੇ ਗਿਰ ਜਾਂਦੀ ਹੈ। ਫਿਰ ਤੁਸੀਂ ਕਹਿੰਦੇ ਪਏ ਹੋ ਜਿਹੜਾ ਪ੍ਰੋਡਕਟ ਬਣ ਗਿਆ, ਜਿਹੜਾ ਮੈਗਨੀਸ਼ੀਅਮ ਆਕਸਾਈਡ ਬਣ ਗਿਆ, ਕਹਿੰਦਾ ਉਹਦਾ ਨੇਚਰ ਕੀ ਹੈ? ਉਹਦਾ ਸੁਭਾਅ ਕੀ ਹੈ? ਉਹ ਕੀ ਹੁੰਦਾ ਹੈ ਤੁਹਾਡੇ ਕੋਲ? ਤੇਜ਼ਾਬੀ, ਖਾਰੀ, ਉਦਾਸੀਨ ਜਾਂ ਨਨ ਆਫ ਥੀਸ, ਇਹਨਾਂ 'ਚੋਂ ਕੁਛ ਵੀ ਨਹੀਂ ਹੁੰਦਾ। ਤਾਂ ਕੀ ਹੁੰਦਾ ਹੈ ਮੈਗਨੀਸ਼ੀਅਮ ਆਕਸਾਈਡ? ਤੁਸੀਂ ਕੀ ਕਰਦੇ ਆ? ਇਹਦਾ ਪਾਣੀ ਦੇ ਵਿੱਚ ਕੀ ਬਣਾਉਂਦੇ ਹੋ? ਥੋੜ੍ਹਾ ਜਿਹਾ ਸੋਲਿਊਸ਼ਨ ਬਣਾਉਂਦੇ ਹੋ। ਫਿਰ ਉਹਦੇ ਵਿੱਚ ਕੀ ਪਾਉਂਦੇ ਹੋ? ਕਿਹੜਾ ਬਲੂ ਲਿਟਮਸ, ਰੈੱਡ ਲਿਟਮਸ, ਉਹਨਾਂ ਕਿਹੜਾ ਪਾਉਂਦੇ ਹੋ? ਅਤੇ ਉਹਦਾ ਕਲਰ ਕੀ ਚੇਂਜ ਹੋ ਜਾਂਦਾ? ਸੋਚੋ ਕੀ ਹੋ ਜਾਂਦਾ? ਹਾਂਜੀ, ਤੁਹਾਨੂੰ ਕੀ ਪਾਇਆ? ਤੁਹਾਨੂੰ ਕੀ ਦੱਸਦੇ ਸੀ ਅਸੀਂ ਕੀ ਪਾਉਣਾ ਇਹਦੇ ਵਿੱਚ? ਲਾਲ ਲਿਟਮਸ, ਹੈ ਨਾ। ਲਾਲ ਰੰਗ ਦਾ ਲਿਟਮਸ ਪਾਉਂਦੇ ਆ। ਫਿਰ ਜਿੱਦਾਂ ਹੀ ਅਸੀਂ ਇਹਦੇ ਸੋਲਿਊਸ਼ਨ ਦੇ ਵਿੱਚ ਪਾਉਂਦੇ ਹਾਂ, ਉਹ ਲਾਲ ਲਿਟਮਸ ਕਿਹਦੇ ਵਿੱਚ ਚੇਂਜ ਹੋ ਜਾਂਦਾ? ਨੀਲਾ, ਹੈ ਨਾ। ਤੋ ਐਸਿਡ ਬੇਸਿਸ ਚੈਪਟਰ ਦੇ ਵਿੱਚ ਅਸੀਂ ਕੀ ਸਿੱਖਿਆ ਸੀ? ਜਦੋਂ ਲਾਲ ਲਿਟਮਸ ਨੀਲੇ ਵਿੱਚ ਚੇਂਜ ਹੋ ਜਾਂਦਾ, ਮਤਲਬ ਉਹਦਾ ਕਲਰ ਲਾਲ ਤੋਂ ਨੀਲਾ ਹੋ ਜਾਂਦਾ ਹੈ, ਤਾਂ ਉਹ ਕਿਹੜੀਆਂ ਹੁੰਦੀਆਂ ਨੇ ਚੀਜ਼ਾਂ? ਤੇਜ਼ਾਬ ਹੁੰਦੀਆਂ ਕਿ ਖਾਰ ਹੁੰਦੀਆਂ? ਖਾਰ, ਠੀਕ ਹੈ। ਜੋ ਰੈੱਡ ਕਲਰ ਆ ਉਹ ਬਲੂ 'ਚ ਚੇਂਜ ਹੋ ਜਾਂਦਾ, ਇਹਦਾ ਮਤਲਬ ਉਹ ਕੀ ਹੁੰਦੀਆਂ ਨੇ? ਖਾਰੀ। ਕੀ ਹੁੰਦੀਆਂ ਨੇ? ਬੇਸਿਕ, ਠੀਕ। ਨੈਕਸਟ ਕੁਐਸਚਨ ਦੇਖੋ। ਰਮਨ ਇੱਕ ਪਦਾਰਥ ਨੂੰ ਕੁੱਟ ਕੇ ਉਸ ਪਦਾਰਥ ਨੂੰ ਪਤਲੀ ਚਾਦਰ ਵਿੱਚ ਪਰਿਵਰਤਿਤ ਕਰ ਰਹੀ ਹੈ। ਰਮਨ ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਵਰਤ ਰਹੀ ਹੋਵੇਗੀ? ਅੱਛਾ ਜੀ, ਤੁਹਾਨੂੰ ਪਤਾ ਹੈ ਕੁਛ ਮੈਟਲਸ ਹੁੰਦੀਆਂ ਨੇ, ਹੈ ਨਾ, ਜਿਨ੍ਹਾਂ ਨੂੰ ਅਸੀਂ ਕੀ ਕਰ ਸਕਦੇ ਹਾਂ? ਦੇ ਕੈਨ ਬੀ ਬੀਟਨ ਇਨਟੂ ਸ਼ੀਟਸ। ਉਹਨਾਂ ਨੂੰ ਅਸੀਂ ਕਿਹਦੇ ਵਿੱਚ ਚੇਂਜ ਕਰ ਸਕਦੇ ਹਾਂ? ਕੁੱਟ ਕੁੱਟ ਕੇ ਉਹਨਾਂ ਦਾ ਕੀ ਬਣਾਉਂਦੇ ਆ? ਚਟਨੀ ਨਹੀਂ ਬਣਾਉਂਦੇ, ਉਹਨਾਂ ਦੀ ਕੀ ਬਣਾਉਂਦੇ ਆ? ਉਹਨਾਂ ਦੀਆਂ ਸ਼ੀਟਸ ਬਣਾਉਂਦੇ ਆ, ਠੀਕ ਹੈ। ਕਹਿੰਦਾ ਦੱਸੋ ਇਹਦੇ 'ਚੋਂ ਕੌਣ ਹੋ ਸਕਦਾ ਹੈ? ਕਾਪਰ, ਸਲਫਰ, ਕਲੋਰੀਨ, ਆਕਸੀਜਨ। ਹੁਣ ਜਦੋਂ ਮੈਂ ਤੁਹਾਨੂੰ ਇਹ ਕੁਐਸਚਨ ਬੋਲਿਆ, ਮੈਂ ਤੁਹਾਨੂੰ ਕਿਹਾ ਮੈਟਲਸ, ਧਾਤਾਂ, ਮੈਟਲਸ ਨੇ ਜਿਹੜੀਆਂ ਧਾਤਾਂ ਨੇ, ਉਹਨਾਂ ਨੂੰ ਅਸੀਂ ਕੀ ਕਰ ਸਕਦੇ ਹਾਂ? ਕੁੱਟ ਕੇ ਉਹਨਾਂ ਦੀ ਕੀ ਬਣਾ ਸਕਦੇ ਹਾਂ? ਚਾਦਰਾਂ, ਸ਼ੀਟਸ। ਤਾਂ ਹੁਣ ਦੇਖੋ ਇਹਨਾਂ 'ਚੋਂ ਮੈਟਲ ਕੌਣ ਹੈ? ਨਾ ਸਲਫਰ ਮੈਟਲ ਹੈ, ਨਾ ਕਲੋਰੀਨ ਮੈਟਲ ਹੈ, ਨਾ ਆਕਸੀਜਨ ਮੈਟਲ ਹੈ। ਮੈਟਲ ਕੌਣ ਹੈ? ਤਾਂਬਾ, ਕਾਪਰ। ਤਾਂ ਕਿਹੜੀ ਬਚ ਗਈ ਆਪਸ਼ਨ? ਵੈਸੇ ਵੀ ਜਦੋਂ ਤੁਸੀਂ ਇਹ ਵਾਲਾ ਟੌਪਿਕ ਕੀਤਾ ਸੀ ਦੈਟ ਮੈਟਲਸ ਕੈਨ ਬੀ ਬੀਟਨ ਇਨਟੂ ਸ਼ੀਟਸ, ਮੈਟਲ ਦੀਆਂ ਅਸੀਂ ਕੁੱਟ ਕੇ ਕੀ ਬਣਾ ਸਕਦੇ ਹਾਂ? ਪਤਲੀਆਂ ਚਾਦਰਾਂ ਬਣਾ ਸਕਦੇ ਹਾਂ। ਤਾਂ ਉੱਥੇ ਅਸੀਂ ਐਗਜ਼ਾਮਪਲਸ ਵੀ ਪੜ੍ਹੀਆਂ ਸੀ। ਤਾਂਬਾ ਵੀ ਆਉਂਦਾ ਸੀ, ਲੋਹਾ ਵੀ ਆਉਂਦਾ ਸੀ, ਹੈ ਨਾ। ਅੱਛਾ ਜੀ, ਉਸ ਤੋਂ ਬਾਅਦ ਨੈਕਸਟ ਦੇਖੋ। ਨੈਕਸਟ ਹੈ ਤੁਹਾਡੇ ਕੋਲੇ ਕੁਐਸਚਨ ਨੰਬਰ 10th। ਕੁਐਸਚਨ ਨੰਬਰ 10th ਦੇ ਵਿੱਚ ਤੁਹਾਡੇ ਕੋਲੇ ਕੀ ਹੈ? ਰਵਿੰਦਰ ਨੇ ਵੇਖਿਆ ਕਿ ਲੋਹਾਰ ਲੋਹੇ ਦੀ ਕਿੱਲ ਨੂੰ ਹਥੌੜੇ ਨਾਲ ਕੁੱਟ ਰਿਹਾ ਸੀ ਅਤੇ ਕਿੱਲ ਚਾਦਰ ਵਿੱਚ ਪਰਿਵਰਤਿਤ ਹੋ ਗਈ। ਧਾਤਾਂ ਦੀ ਇਸ ਗੁਣ ਨੂੰ ਕੀ ਕਹਿੰਦੇ ਨੇ? ਲੋ ਬਿਲਕੁਲ ਆਹ ਉੱਪਰ ਵਾਲਾ ਹੀ ਆ ਗਿਆ, ਹੈ ਨਾ। ਹੁਣ ਉਹਨਾਂ ਨੇ ਗੁਣ ਨੂੰ ਪੁੱਛ ਲਿਆ। ਕਹਿੰਦਾ ਪਿਆ ਅਗਰ ਜਿਹੜੀ ਆਇਰਨ ਹੈ ਉਹਨੂੰ ਅਸੀਂ ਕੀ ਕਰ ਸਕਦੇ ਹਾਂ? ਇਟ ਕੈਨ ਬੀ ਬੀਟਨ ਇਨਟੂ ਸ਼ੀਟ। ਦਿਸ ਕਨਵਰਜਨ ਆਫ ਨੇਲ ਟੂ ਸ਼ੀਟ ਡਿਪਿਕਟਸ ਵਿਚ ਨੇਚਰ ਆਫ ਆਇਰਨ। ਆਇਰਨ ਕੋਲੇ ਕਿਹੜਾ ਨੇਚਰ ਹੈ? ਡਕਟਿਲਿਟੀ ਹੈ, ਮੈਲੇਬਿਲਿਟੀ ਹੈ, ਲਸ਼ਚਰ ਹੈ, ਸਨੋਰਸ ਹੈ। ਕੌਣ ਹੈ? ਖਚੀਣ ਯੋਗਤਾ ਹੈ, ਕੁਟੀਨ ਯੋਗਤਾ ਹੈ, ਚਮਕੀਲਤਾ ਹੈ, ਜਾਂ ਇਹਦੇ ਵਿੱਚ ਉਹਦੇ ਧੁਨੀ ਕਿਆ ਹੈ? ਕੀ ਹੈ ਉਹਦੇ ਵਿੱਚ? ਹੁਣ ਮੈਟਲਸ ਕੈਨ ਬੀ ਬੀਟਨ ਇਨਟੂ ਸ਼ੀਟਸ, ਇਹਨੂੰ ਅਸੀਂ ਕੀ ਕਹਿੰਦੇ ਆ? ਮੈਟਲਸ ਕੀ ਹੁੰਦੀਆਂ ਨੇ? ਮੈਟਲਸ ਦੇ ਵਿੱਚ ਕਿਹੜੀ ਯੋਗਤਾ ਹੁੰਦੀ ਹੈ? ਮੈਟਲਸ ਦੇ ਆਰ ਮੈਲੇਬਲ। ਇਹਨਾਂ ਦੇ ਵਿੱਚ ਮੈਲੇਬਿਲਿਟੀ ਹੁੰਦੀ ਹੈ, ਠੀਕ ਹੈ ਜੀ। ਕੁਟੀਨ ਯੋਗਤਾ ਹੁੰਦੀ ਹੈ। ਹੁਣ ਜੇਕਰ ਤੁਹਾਨੂੰ ਕਦੀ ਭੁੱਲ ਗਿਆ ਤਾਂ ਯਾਦ ਰੱਖਿਓ, ਜਦੋਂ ਸ਼ੀਟਸ ਬਣਦੀਆਂ ਨੇ ਉਹਨੂੰ ਕੀ ਕਹਿੰਦੇ ਆ? ਕੁਟੀਨ ਯੋਗਤਾ। ਤੇ ਜਦੋਂ ਤਾਰਾਂ ਬਣਦੀਆਂ ਨੇ, ਠੀਕ ਹੈ, ਜਦੋਂ ਕਿਸੇ ਮੈਟਲ ਦੀਆਂ ਅਸੀਂ ਕੀ ਬਣਾਉਂਦੇ ਹਾਂ? ਤਾਰਾਂ,
ਉਹਨੂੰ ਅਸੀਂ ਕੀ ਕਹਿੰਦੇ ਆ, ਡਕਟਿਲਿਟੀ। ਸਮਝ ਗਏ? ਚਾਦਰਾਂ ਬਣਨ ਨੂੰ, ਸ਼ੀਟਸ ਬਣਨ ਨੂੰ ਅਸੀਂ ਕੀ ਕਹਿੰਦੇ ਆ, ਮੈਲੇਬਲ ਹੋਣਾ, ਠੀਕ ਹੈ, ਕੁਟੀਨ ਯੋਗ ਹੋਣਾ, ਕੁੱਟ ਕੇ ਬਣਾਈਆਂ ਹੋਣੀਆਂ। ਤੇ ਜਦੋਂ ਅਸੀਂ ਇਹਦਾ ਖਿੱਚਦੇ ਆ, ਖਿੱਚ ਕੇ ਬਣਾਉਂਦੇ ਆ, ਉਦੋਂ ਕੀ ਬਣਦੀਆਂ ਨੇ, ਤਾਰਾਂ। ਉਹ ਤਾਰਾਂ, ਵਾਇਰਸ, ਠੀਕ ਹੈ ਜੀ, ਉਹਨੂੰ ਕੀ ਕਹਿੰਦੇ ਆ, ਉਸ ਕਨਵਰਜਨ ਨੂੰ ਕੀ ਕਹਿੰਦੇ ਆ, ਅਸੀਂ ਕਹਿੰਦੇ ਆ ਡਕਟਿਲਿਟੀ। ਲਓ ਨੈਕਸਟ ਦੇਖੋ, ਕੁਐਸਚਨ ਨੰਬਰ 11ਵਾਂ ਹੈ ਸਾਡੇ ਕੋਲੇ। ਕਹਿੰਦਾ ਪਿਆ, ਸਰਬਜੀਤ ਦੇ ਮਾਤਾ ਜੀ ਪਤੀਲੇ ਦਾ ਹੈਂਡਲ ਟੁੱਟ ਜਾਣ ਕਰਕੇ ਗਰਮ ਪਤੀਲੇ ਨੂੰ ਕੱਪੜੇ ਨਾਲ ਫੜ ਰਹੇ ਹਨ ਕਿਉਂਕਿ ਕੱਪੜਾ ਤਾਪਦਾ ਕੀ ਹੈ। ਕਦੀ ਕਦੀ ਕੀ ਹੁੰਦਾ ਸੀ ਜਦੋਂ ਕੰਮ ਕਰਦੇ ਹੁੰਦੇ ਆ, ਹੈ ਨਾ, ਸਪੋਜ਼ ਤੁਹਾਡਾ ਫਰਾਈਂਗ ਪੈਨ ਹੀ ਹੈ ਨਾ, ਉਹਦਾ ਹੈਂਡਲ ਟੁੱਟ ਜਾਏ, ਤੁਸੀਂ ਕੀ ਕਰੋਗੇ, ਤੁਸੀਂ ਆਲੇ ਦੁਆਲੇ ਕੀ ਲੱਭੋਗੇ, ਕੱਪੜਾ ਪੋਣਾ, ਹੈ ਨਾ, ਕੋਈ ਤੌਲੀਆ ਲੱਭੋਗੇ। ਕਿਉਂ? ਕਿਉਂਕਿ ਜਦੋਂ ਤੁਸੀਂ ਉਹਨੂੰ ਫੜ ਕੇ ਕੀ ਕਰਨਾ, ਚਾਹ ਪੋਣਾ ਹੋ ਈਜ਼ੀ ਹੋਊਗਾ। ਕਿਉਂ? ਤਾਪਦਾ ਕੀ ਹੋਊਗਾ, ਕੀ ਹੁੰਦਾ ਤਾਪਦਾ, ਸਾਡੇ ਹੱਥ ਨੂੰ ਨਹੀਂ ਉਹ ਤੱਤਾ ਲੱਗਣ ਦਿੰਦਾ, ਸੇਕ ਲੱਗਣ ਦਿੰਦਾ। ਕਿਉਂ? ਕਿਉਂਕਿ ਉਹ ਤਾਪਦਾ ਕੀ ਹੁੰਦਾ ਹੈ, ਕੁਚਾਲਕ, ਉਹ ਤਾਪ ਨੂੰ ਆਪਣੇ ਚੋਂ ਨਹੀਂ ਲੰਘਣ ਦਿੰਦਾ। ਤਾਂ ਅਸੀਂ ਕੀ ਲਿਖਾਂਗੇ, ਪੂਅਰ ਕੰਡਕਟਰ ਆਫ ਹੀਟ, ਐੜਾ ਪੂਅਰ ਕੰਡਕਟਰ ਆਫ ਹੀਟ, ਰਾਈਟ। ਆਓ ਹੁਣ ਅਗਲੇ ਕੁਐਸਚਨ ਤੇ ਚੱਲੀਏ। ਕੁਐਸਚਨ ਨੰਬਰ 12 ਜੋ ਹੈ ਤੁਹਾਡੇ ਕੋਲੇ ਹੈ, Aman had learned that metal are hard, but his teacher had cut one of the metal with knife. Name the metal used by the teacher. ਅਮਨ ਨੇ ਇਹ ਪੜ੍ਹਿਆ ਕਿ ਜਿਹੜੀਆਂ ਮੈਟਲਸ ਹੁੰਦੀਆਂ ਨੇ ਬਹੁਤ ਹਾਰਡ ਹੁੰਦੀਆਂ ਨੇ, ਹਾਂ ਹੁੰਦੀਆਂ ਨੇ, ਹੈ ਨਾ, ਪਰ ਉਹਦੇ ਟੀਚਰ ਨੇ ਕੀ ਕੀਤਾ, ਇੱਕ ਧਾਤ ਨੂੰ ਚਾਕੂ ਨਾਲ ਕੱਟ ਦਿੱਤਾ। ਕਿਹੜੀ ਧਾਤ ਹੈ ਉਹ, ਕਿਹੜੀ ਧਾਤ ਹੁੰਦੀ ਜਿਹੜੀ ਚਾਕੂ ਦੇ ਨਾਲ ਫਟਾਫਟ ਕੱਟ ਜਾਂਦੀ? ਤੁਹਾਨੂੰ ਕਿਹੜੀ ਕੱਢ ਕੇ ਦੱਸੀ ਅਸੀਂ? ਸੋਡੀਅਮ, ਹੈ ਨਾ, ਸੋਡੀਅਮ ਕੱਢ ਕੇ ਦੱਸੀ। ਹੁਣ ਪਰ ਅਸੀਂ ਜਦੋਂ ਇਹਦੇ ਵਿੱਚ ਆਪਸ਼ਨ ਚੈੱਕ ਕੀਤਾ, ਨਹੀਂ ਹੈ, ਸੋਡੀਅਮ ਨਹੀਂ ਹੈ। ਸੋਡੀਅਮ ਦੇ ਨਾਲ ਇੱਕ ਹੋਰ, ਜਦੋਂ ਸੋਡੀਅਮ ਕੱਟ ਕੇ ਦੱਸੀ ਸੀ, ਨਾਲ ਇੱਕ ਹੋਰ ਚੀਜ਼ ਵੀ ਦੱਸੀ ਸੀ, ਇੱਕ ਹੋਰ ਮੈਟਲ ਹੈ ਜਿਹਨੂੰ ਅਸੀਂ ਨਾਈਫ ਦੇ ਨਾਲ ਕੱਟ ਸਕਦੇ ਹਾਂ। ਕਿਹੜੀ? ਫਟਾਫਟ ਤੁਹਾਡੇ ਦਿਮਾਗ 'ਚ ਆ ਗਿਆ, ਕਿਹੜੀ? ਪੋਟਾਸ਼ੀਅਮ। ਤਾਂ ਦੇਖੋ ਇੱਥੇ ਪੋਟਾਸ਼ੀਅਮ ਹੈ, ਆਹ ਦੇਖੋ ਜੀ, ਅਸੀਂ ਪੋਟਾਸ਼ੀਅਮ ਨੂੰ ਕੀ ਕਰ ਦਾਂਗੇ, ਟਿਕ ਕਰ ਦਾਂਗੇ, ਠੀਕ ਹੈ। ਇਹ ਸਿਰਫ ਚਾਕੂ ਦੇ ਨਾਲ ਨਹੀਂ, ਕਦੀ ਕਦੀ ਜੇ ਚਾਕੂ ਨਾ ਹੋਏ ਬਲੇਡ ਦੇ ਨਾਲ ਵੀ ਕੱਟ ਹੋ ਜਾਂਦੀ ਹੈ, ਠੀਕ ਹੈ, ਬਹੁਤ ਸੌਫਟ ਹੁੰਦੀ ਹੈ। ਕਿਹੜੀਆਂ ਚੀਜ਼ਾਂ ਚਾਕੂ ਨਾਲ ਕੱਟ ਹੋ ਜਾਂਦੀਆਂ ਨੇ, ਜਿਹੜੀਆਂ ਸੌਫਟ ਹੁੰਦੀਆਂ ਨੇ। ਲਓ, ਸਰਕਟ ਵਿੱਚ ਬਿਜਲੀ ਦਾ ਪ੍ਰਵਾਹ ਹੁੰਦਾ ਰਹੇ। ਆ ਸਰਕਟ ਬਣਾਇਆ ਹੋਇਆ ਤੇ ਆ ਬਲਬ ਹੈ, ਕਹਿੰਦਾ ਪਿਆ ਕਿ ਪ੍ਰਵਾਹ ਹੁੰਦਾ ਰਹੇ, ਇਸ ਲਈ ਹੇਠਾਂ ਦਿੱਤੇ ਸਰਕਟ ਵਿੱਚ ਜੋੜੀ ਲੋਹੇ ਦੀ ਕਿੱਲ ਦੀ ਥਾਂ ਤੇ ਕੀ ਵਰਤਿਆ ਜਾ ਸਕਦਾ ਹੈ। ਤੁਸੀਂ ਦੇਖਦੇ ਪਏ ਇੱਥੇ ਉਹਨਾਂ ਨੇ ਕੀ ਲਗਾਈ ਹੋਈ, ਕਿੱਲ ਲਗਾਈ ਹੋਈ, ਠੀਕ ਹੈ। ਉਹ ਕਹਿੰਦੇ ਪਿਆ ਬਲਬ ਹੈ ਨਾ ਜਿਹੜਾ, ਇਹ ਜਗਦਾ ਹੀ ਰਵੇ। ਕੀ ਲਾਈਏ ਇੱਥੇ? ਗ੍ਰੇਫਾਈਟ ਲਾਈਏ, ਪਲਾਸਟਿਕ ਲਾਈਏ, ਲੱਕੜੀ ਲਾਈਏ, ਰਬੜ ਲਾਈਏ, ਕੀ ਲਾਈਏ? ਕੌਣ ਹੈ ਇਹਨਾਂ ਦੇ ਵਿੱਚੋਂ ਕੰਡਕਟਰ, ਕੌਣ ਹੈ? ਪਲਾਸਟਿਕ ਤਾਂ ਹੈ ਨਹੀਂ, ਵੁੱਡ ਵੀ ਨਹੀਂ ਹੈ, ਰਬੜ ਵੀ ਨਹੀਂ ਹੈ, ਹੈ ਨਾ। ਕਿਉਂ? ਕਿਉਂਕਿ ਅਸੀਂ ਕੀ ਕਹਿੰਦੇ ਹਾਂ, ਫੱਟੇ ਤੇ ਖੜੇ ਹੋ ਕੇ ਕੰਮ ਕਰਿਓ, ਕਰੰਟ ਨਹੀਂ ਲੱਗੂਗਾ, ਹੈ ਨਾ। ਰਬੜ ਦੇ ਦਸਤਾਨੇ ਪਾ ਲਓ, ਦਸਤਾਨੇ, ਕਰੰਟ ਨਹੀਂ ਲੱਗੂਗਾ। ਜਾਂ ਪਲਾਸਟਿਕ ਦਾ ਫੱਟਾ ਲੈ ਲਓ, ਕਰੰਟ ਨਹੀਂ ਲੱਗੂਗਾ। ਮਤਲਬ ਇਹ ਆਪਣੇ ਆਪ ਚੋਂ ਕਰੰਟ ਨਹੀਂ ਨਿਕਲਣ ਦਿੰਦੇ। ਕਰੰਟ ਕੌਣ ਨਿਕਲਣ ਦਿੰਦਾ? ਫਿਰ ਗ੍ਰੇਫਾਈਟ। ਅਸੀਂ ਕੀ ਯੂਜ਼ ਕਰ ਸਕਦੇ ਹਾਂ? ਗ੍ਰੇਫਾਈਟ। ਕਿਉਂ? ਕਿਉਂਕਿ ਗ੍ਰੇਫਾਈਟ ਕੀ ਹੈ, ਇੱਕ ਕੰਡਕਟਰ ਹੈ। ਨੈਕਸਟ ਦੇਖੋ ਕੁਐਸਚਨ ਨੰਬਰ ਤੁਹਾਡੇ ਕੋਲੇ 14th ਕੁਐਸਚਨ ਨੰਬਰ ਕੀ ਕਹਿੰਦਾ ਪਿਆ। 14th ਕੁਐਸਚਨ ਨੰਬਰ ਕਹਿੰਦਾ ਪਿਆ, ਵਿਚ ਆਫ ਦਾ ਫੋਲੋਇੰਗ ਕੈਨ ਬੀ ਬੀਟਨ ਇਨਟੂ ਸ਼ੀਟਸ। ਉਹੀ ਆ ਗਿਆ ਫਿਰ, ਸ਼ੀਟਸ ਦੇ ਵਿੱਚ ਕਿਹਨੂੰ ਕੁੱਟਿਆ ਜਾ ਸਕਦਾ ਹੈ? ਚਾਦਰਾਂ ਦੇ ਵਿੱਚ ਕਾਰਬਨ ਨੂੰ, ਫਾਸਫੋਰਸ ਨੂੰ, ਆਇਓਡੀਨ ਨੂੰ, ਲੋਹੇ ਨੂੰ। ਹੁਣ ਤੁਹਾਨੂੰ ਪਤਾ ਕਿਹਨੂੰ ਕੁੱਟਿਆ ਜਾ ਸਕਦਾ? ਮੈਟਲਸ ਨੂੰ। ਕੌਣ ਹੈ ਇਹਨਾਂ ਦੇ ਵਿੱਚੋਂ ਮੈਟਲ? ਸਿਰਫ ਤੇ ਸਿਰਫ ਲੋਹਾ, ਆਇਰਨ, ਠੀਕ ਹੈ। ਤਾਂ ਅਸੀਂ ਫਟਾਫਟ ਕਿਹਨੂੰ ਕੀ ਕਰਾਂਗੇ, ਠੀਕ। ਔਰ ਇਸ ਕੁੱਟਣ ਦੀ ਇਸ ਕਨਵਰਜਨ ਨੂੰ ਅਸੀਂ ਕੀ ਕਹਿੰਦੇ ਆ? ਮੈਲੇਬਿਲਿਟੀ, ਕੁਟੀਨ ਯੋਗਤਾ। ਨੈਕਸਟ ਦੇਖੋ, ਕਹਿੰਦਾ ਪਿਆ ਬਲਕਰਨ ਆਇਰਨ ਸਲਫੇਟ ਦੇ ਘੋਲ ਵਿੱਚ ਜ਼ਿੰਕ ਦੇ ਦਾਣੇ ਪਾਏ। ਚਲੋ ਠੀਕ ਹੈ, ਮਤਲਬ ਉਹਦੇ ਕੋਲੇ ਕੀ ਸੀ, ਇੱਥੇ ਬੀਕਰ ਦੇ ਵਿੱਚ ਆਇਰਨ ਸਲਫੇਟ ਦਾ ਘੋਲ ਸੀ, ਠੀਕ ਹੈ। ਆਇਰਨ ਸਲਫੇਟ ਦਾ ਘੋਲ ਕਿੱਦਾਂ ਦਾ ਹੁੰਦਾ? ਤੁਹਾਡੇ ਕੋਲੇ ਹਰੇ ਰੰਗ ਦਾ। ਇਹ ਹਰੇ ਰੰਗ ਦਾ ਘੋਲ ਸੀ। ਉਹਨੇ ਥੋੜੀ ਦੇਰ ਬਾਅਦ ਉਹਦੇ ਵਿੱਚ ਕੀ ਪਾਤੇ? ਜ਼ਿੰਕ ਦੇ ਦਾਣੇ। ਪਿੱਛੋਂ ਦੀ ਕੀ ਸੁੱਟਤੇ? ਥੋੜੇ ਜਿਹੇ ਜ਼ਿੰਕ ਦੇ ਦਾਣੇ ਸੁੱਟਤੇ, ਠੀਕ ਹੈ ਜੀ। ਥੋੜਾ ਜਿਹਾ ਜ਼ਿੰਕ ਪਾ ਦਿੱਤਾ, ਜ਼ਿੰਕ ਗ੍ਰੈਨਿਊਲਸ ਪਾ ਦਿੱਤੇ। ਫਿਰ ਕੀ ਹੋਇਆ? ਸਲਫੇਟ ਦਾ ਘੋਲ ਹਲਕਾ ਹਰਾ ਰੰਗ ਗਾਇਬ ਹੋ ਗਿਆ। ਜਿਹੜਾ ਹਰੇ ਰੰਗ ਦਾ ਸੋਲਿਊਸ਼ਨ ਸੀ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਖਤਮ ਹੋਣਾ ਮਤਲਬ ਹਰਾ ਰੰਗ ਡਿਸਚਾਰਜ ਹੋਣਾ ਸ਼ੁਰੂ ਹੋ ਗਿਆ, ਕਲਰ ਉੜਨਾ ਸ਼ੁਰੂ ਹੋ ਗਿਆ, ਠੀਕ ਹੈ। ਅਜਿਹਾ ਪਿੱਛੇ ਹੋਣ ਕੀ ਕਾਰਨ ਕੀ ਹੋ ਸਕਦਾ ਹੈ? ਕਿਉਂ ਉਹਦਾ ਕਲਰ ਡਿਸਅਪੀਅਰ ਹੁੰਦਾ ਪਿਆ? ਕਿਉਂ ਉਹਦਾ ਕਲਰ ਡਿਸਚਾਰਜ ਹੁੰਦਾ ਪਿਆ? ਜ਼ਿੰਕ ਇਜ਼ ਮੋਰ ਰਿਐਕਟਿਵ ਦੈਨ ਆਇਰਨ, ਸੋ ਇਟ ਡਿਸਪਲੇਸਿਸ ਆਇਰਨ ਫਰੋਮ ਇਟਸ ਸੋਲਿਊਸ਼ਨ। ਆਇਰਨ ਇਜ਼ ਮੋਰ ਰਿਐਕਟਿਵ ਦੈਨ ਜ਼ਿੰਕ, ਸੋ ਕਲਰ ਡਿਸਅਪੀਅਰ। ਕਾਂਟ ਸੇ ਐਨੀਥਿੰਗ, ਨਨ ਆਫ ਥੀਸ। ਹੁਣ ਤੁਹਾਨੂੰ ਪਤਾ ਹੈ, ਤੁਸੀਂ ਇਹ ਵਾਲਾ ਸਮੀਕਰਨ ਵੀ ਯਾਦ ਕੀਤੀ ਹੈ ਕਿ ਤੁਹਾਡੇ ਕੋਲੇ ਆਇਰਨ ਸਲਫੇਟ ਹੈ। ਤੁਸੀਂ ਆਇਰਨ ਸਲਫੇਟ ਦੇ ਵਿੱਚ ਕਿਹਨੂੰ ਪਾਉਂਦੇ ਆ? ਤੁਸੀਂ ਪਾਉਂਦੇ ਆ ਜ਼ਿੰਕ ਦੇ
ਗ੍ਰੈਨਿਊਲਸ ਨੂੰ, ਛੋਟੇ ਛੋਟੇ ਜ਼ਿੰਕ ਦੇ ਟੁਕੜਿਆਂ ਨੂੰ। ਉਹ ਕੀ ਕਰਦਾ ਤੁਹਾਡੇ ਕੋਲੇ, ਕੀ ਬਣਾ ਦਿੰਦਾ, ਆਇਰਨ Fe ਕੱਲਾ ਹੋ ਜਾਂਦਾ, ਨਾਲ ਕੀ ਬਣਾ ਦਿੰਦਾ, ਜ਼ਿੰਕ ਸਲਫੇਟ ਬਣਾ ਦਿੰਦਾ। ਹੁਣ ਇਦਾਂ ਕਿਉਂ ਹੋਇਆ, ਕਿਉਂ ਜ਼ਿੰਕ ਨੇ ਇਹਨੂੰ ਧੱਕਾ ਮਾਰਤਾ ਤੇ ਆਪ ਇਹਦੀ ਥਾਂ ਤੇ ਚਲਾ ਗਿਆ? ਇਦਾਂ ਹੀ ਹੋਇਆ ਨਾ, ਜ਼ਿੰਕ ਨੇ ਆਇਰਨ ਨੂੰ ਧੱਕਾ ਮਾਰ ਕੇ ਬਾਹਰ ਕੱਢ ਦਿੱਤਾ ਤੇ ਆਪ ਉਹਦੀ ਥਾਂ ਤੇ ਚਲਾ ਗਿਆ, ਕਿਉਂਕਿ जो जिंक है वो की है ज्यादा क्रियाशील आयरन तो, है ना। तो ਅਸੀਂ ਕੀ ਲਿਖਾਂਗੇ कि जिंक इज मोर रिएक्टिव देन आयरन, ठीक है, ये ज्यादा क्रियाशील है, जिंक ज्यादा क्रियाशील है आयरन तो। अच्छा जी, क्वेश्चन नंबर 16 देखो, कहना पिया जो अनहद है एक एक्स ਯੋਗਿਕ ਨੂੰ ਪਾਣੀ ਵਿੱਚ ਘੋਲਿਆ, ਅਜਿਹਾ ਕਰਨ ਨਾਲ ਉਹ ਇੱਕ ਚਮਕਦਾਰ ਨੀਲੇ ਰੰਗ ਦਾ ਘੋਲ ਮਿਲਿਆ, ਠੀਕ ਹੈ। ਕਿਹੜਾ ਘੋਲ ਹੁੰਦਾ ਨੀਲੇ ਰੰਗ ਦਾ, ਤੁਹਾਨੂੰ ਪਤਾ ਹੈ, ਜ਼ਿੰਕ ਸਲਫੇਟ ਬਣਾਉਂਦਾ, ਆਇਰਨ, ਕਾਪਰ, ਕੌਣ ਬਣਾਉਂਦਾ ਨੀਲੇ ਰੰਗ ਦਾ ਘੋਲ, ਤੁਹਾਨੂੰ ਪਤਾ ਹੈ, ਕਾਪਰ ਸਲਫੇਟ। ਜਿੱਦਾਂ ਹੀ ਨੀਲੇ ਰੰਗ ਦਾ ਘੋਲ ਆਉਂਦਾ, ਫਟਾਫਟ ਦਿਮਾਗ ਦੇ ਵਿੱਚ ਕੀ ਆ ਜਾਣਾ ਚਾਹੀਦਾ ਤੁਹਾਡੇ, ਕਾਪਰ ਸਲਫੇਟ ਦਾ ਘੋਲ, ਠੀਕ ਹੈ। ਆਓ ਕੁਐਸਚਨ ਨੰਬਰ 17 ਕਰੀਏ ਹੁਣ। 17th ਕੁਐਸਚਨ ਨੰਬਰ 'ਚ ਹੈ, ਅਵਨੂਰ ਨੇ ਇੱਕ ਬਿਜਲਈ ਸਰਕਟ ਨੂੰ ਪੂਰਾ ਕਰਨ ਲਈ ਐਲੂਮੀਨੀਅਮ ਦੀ ਪਤਲੀ ਸ਼ੀਟ ਜਿਹਨੂੰ ਫੋਇਲ ਦਾ ਇਸਤੇਮਾਲ ਕੀਤਾ। ਸਰਕਟ ਵਿੱਚ ਬੈਟਰੀ ਲਗਾਉਣ 'ਤੇ ਬਲਬ ਜਗ ਪੈਂਦਾ ਹੈ। ਇਸ ਨਾਲ ਅਸੀਂ ਐਲੂਮੀਨੀਅਮ ਦੇ ਸੁਭਾਅ ਬਾਰੇ ਕੀ ਕਹਿ ਸਕਦੇ ਹਾਂ? ਹੁਣ ਅਵਨੂਰ ਨੇ ਕੀ ਕੀਤਾ, ਸਰਕਟ ਕੋਈ ਕੰਪਲੀਟ ਕਰਨਾ ਸੀ, ਬਲਬ ਜਗਾਉਣਾ ਸੀ, ਤਾਂ ਉੱਥੇ ਉਹਨੇ ਕਿਹੜੀ ਵਰਤੋਂ ਕਰ ਲਈ, ਐਲੂਮੀਨੀਅਮ ਫੋਇਲ ਦੀ ਵਰਤੋਂ ਕਰ ਲਈ। ਤੇ ਜਿੱਦਾਂ ਹੀ ਐਲੂਮੀਨੀਅਮ ਨੂੰ ਲਗਾਇਆ ਨਾ ਫੋਇਲ ਨੂੰ, ਤੇ ਬਲਬ ਗਲੋ ਕਰਨਾ ਸਟਾਰਟ ਕਰਤਾ। ਕਹਿੰਦਾ ਇੱਥੋਂ ਤੁਸੀਂ ਐਲੂਮੀਨੀਅਮ ਫੋਇਲ ਦੇ ਨੇਚਰ ਨੂੰ ਕੀ ਕਹੋਗੇ ਤੁਸੀਂ? ਕੌਣ ਆਪਣੇ ਆਪ ਦੇ ਵਿੱਚੋਂ ਕਰੰਟ ਨੂੰ ਲੰਘਣ ਦਿੰਦਾ? ਤੁਸੀਂ ਕਹੋਗੇ ਉਹਨੂੰ ਕੰਡਕਟਰ ਕਹਿੰਦੇ ਆ, ਹੈ ਨਾ। ਤਾਂ ਅਸੀਂ ਕੀ ਲਵਾਂਗੇ, ਐਲੂਮੀਨੀਅਮ ਇਜ਼ ਮੈਟਲ, ਐਲੂਮੀਨੀਅਮ ਇਜ਼ ਨਾਨ ਮੈਟਲ, ਐਲੂਮੀਨੀਅਮ ਇਜ਼ ਬੈਡ ਕੰਡਕਟਰ, ਨਨ ਆਫ ਥੀਸ। ਤਾਂ ਕਿਹੜਾ ਆਪਸ਼ਨ ਸਹੀ ਹੈ? ਐਲੂਮੀਨੀਅਮ ਇਜ਼ ਮੈਟਲ, ਜਿਸ ਕਰਕੇ ਉਹ ਆਪਣੇ ਆਪ ਦੇ ਵਿੱਚੋਂ ਕੀ ਕਰ ਰਹੀ ਹੈ, ਕਰੰਟ ਨੂੰ ਨਿਕਲਣ ਦੇ ਰਹੀ ਹੈ। ਤਾਂ ਅਸੀਂ ਫਟਾਫਟ ਐਲੂਮੀਨੀਅਮ ਮੈਟਲ, ਐਲੂਮੀਨੀਅਮ ਇੱਕ ਧਾਤ ਹੈ, ਇਹਨੂੰ ਕੀ ਕਰਾਂਗੇ, ਟਿਕ ਕਰ ਦਾਂਗੇ। 18ਵਾਂ ਕੁਐਸਚਨ ਹੈ, ਮਨਪ੍ਰੀਤ ਨੇ ਲੋਹੇ ਦੇ ਜ਼ੰਗ ਦੇ ਘੋਲ ਵਿੱਚ ਲਿਟਮਸ, ਕਿਹੜਾ, ਲਾਲ ਲਿਟਮਸ ਪੇਪਰ ਨੂੰ ਡੁਬੋਇਆ। ਲਾਲ ਲਿਟਮਸ ਪੇਪਰ ਦਾ ਰੰਗ ਬਦਲ ਕੇ ਨੀਲਾ ਹੋ ਗਿਆ, ਅਜਿਹਾ ਕਿਉਂ ਹੋਇਆ ਹੈ? ਹੁਣੇ ਆਪਾਂ ਲਿਟਮਸ ਦਾ ਇੱਕ ਕੁਐਸਚਨ ਕੀਤਾ ਸੀਗਾ ਨਾ, ਉਹਦੇ ਵਰਗਾ ਹੀ ਹੈ। ਮਨਪ੍ਰੀਤ ਨੇ ਰੈੱਡ ਲਿਟਮਸ ਪੇਪਰ ਨੂੰ ਡਿਪ ਕੀਤਾ ਰਸਟ ਦੇ ਸੋਲਿਊਸ਼ਨ ਦੇ ਵਿੱਚ। ਰਸਟ ਜਿਹੜੀ ਜੰਗ ਲੱਗਾ ਹੁੰਦਾ ਲੋਹੇ ਦੀਆਂ ਚੀਜ਼ਾਂ ਨੂੰ, ਔਰ ਕਲਰ ਰੈੱਡ ਲਿਟਮਸ ਦਾ ਕਿਹਦੇ 'ਚ ਚੇਂਜ ਹੋ ਗਿਆ, ਬਲੂ 'ਚ ਚੇਂਜ ਹੋ ਗਿਆ। ਅਜਿਹਾ ਕਿਉਂ ਹੋਇਆ? ਤਾਂ ਜਦੋਂ ਲਾਲ ਨੀਲੇ 'ਚ ਚੇਂਜ ਹੁੰਦਾ ਹੈ, ਲਾਲ ਲਿਟਮਸ ਦਾ ਰੰਗ ਨੀਲੇ ਦੇ ਵਿੱਚ ਚੇਂਜ ਹੋ ਜਾਂਦਾ ਸੀ, ਕੀ ਕਹਿੰਦੇ ਆ ਉਹ ਚੀਜ਼ ਕੀ ਹੈ, ਖਾਰੀ। ਉਹ ਚੀਜ਼ ਕੀ ਹੈ, ਬੇਸ। ਤਾਂ ਅਸੀਂ ਦੇਖਾਂਗੇ ਕਿਤੇ ਹੈ, ਰਸਟ ਸੋਲਿਊਸ਼ਨ ਇਜ਼ ਬੇਸਿਕ ਇਨ ਨੇਚਰ। ਲੋਹੇ ਦੀ ਜੰਗ ਦਾ ਘੋਲ ਖਾਰ ਹੁੰਦਾ ਹੈ, ਠੀਕ ਹੈ। ਉਹਨੇ ਭੁੱਲੇ ਹੋ ਨਾ ਕਿ ਰਸਟ ਕੀ ਹੁੰਦਾ, ਬੇਸਿਕ, ਤੇ ਜਿਸ ਕਰਕੇ ਉਹ ਲਾਲ ਲਿਟਮਸ ਨੂੰ ਕੀ ਕਰ ਦਿੰਦਾ ਹੈ, ਨੀਲਾ ਕਰ ਦਿੰਦਾ ਹੈ। ਲਓ 19ਵੇਂ ਕੁਐਸਚਨ ਤੇ ਆਓ। ਗਗਨ ਨੂੰ ਅਧਿਆਪਕ ਨੇ ਸਿਖਾਇਆ ਕਿ ਆਮ ਕਰਕੇ ਧਾਤਾਂ ਦੀ ਤੇਜ਼ਾਬ ਨਾਲ ਕਿਰਿਆ ਦੌਰਾਨ ਹਾਈਡਰੋਜਨ ਗੈਸ ਪੈਦਾ ਹੁੰਦੀ ਹੈ। ਉਸਨੇ ਇੱਕ ਧਾਤ ਨੂੰ ਪਤਲੇ ਹਾਈਡਰੋਕਲੋਰਿਕ ਤੇਜ਼ਾਬ ਵਿੱਚ ਰੱਖ ਦਿੱਤਾ, ਪਰੰਤੂ ਕੋਈ ਕਿਰਿਆ ਨਹੀਂ ਹੋਈ। ਧਾਤ ਦਾ ਨਾਮ ਦੱਸੋ। Gagan was taught by his teacher that hydrogen gas is produced when metals react with acid, but when he placed a metal in dilute hydrochloric acid, no reaction occurred. ਕਿਹੜੀ ਗੈਸ, ਕਿਹੜੀ ਧਾਤ ਹੋਗੀ? ਦੇਖੋ ਤੁਹਾਨੂੰ ਜਦੋਂ ਇਹ ਵਾਲਾ ਕੁਐਸਚਨ ਕਰਾਇਆ ਸੀ, ਤੁਹਾਨੂੰ ਕੀ ਸਮਝਾਇਆ ਸੀ, ਕੁਛ ਜਿਹੜੀਆਂ ਧਾਤਾਂ ਹੁੰਦੀਆਂ ਨੇ, ਠੀਕ ਹੈ, ਕੁਛ ਮੈਟਲਸ ਹੁੰਦੀਆਂ ਨੇ, ਉਹ ਕੀ ਹੁੰਦੀਆਂ ਨੇ, ਬਹੁਤ ਜ਼ਿਆਦਾ ਰਿਐਕਟਿਵ, ਠੀਕ ਹੈ, ਰਿਐਕਟਿਵ ਹੋਣ ਕਰਕੇ ਉਹਨਾਂ ਨੂੰ, ਉਹ ਕਿੱਥੇ ਹੁੰਦੀਆਂ ਨੇ, ਇੱਕ ਰਿਐਕਟਿਵਿਟੀ ਸੀਰੀ ਹੈ, ਉੱਥੇ ਉਹ ਉੱਪਰ ਪਈਆਂ ਹੁੰਦੀਆਂ ਨੇ। ਹੁਣ ਜਿੱਦਾਂ ਕਲਾਸ ਦੇ ਵਿੱਚ ਕੁਛ ਇੰਟੈਲੀਜੈਂਟ ਬੱਚੇ ਹੁੰਦੇ ਆ, ਹੈ ਨਾ, ਤਾਂ ਇੱਦਾਂ ਧਾਤਾਂ ਵੀ ਕੀ ਨੇ, ਬਹੁਤ ਜ਼ਿਆਦਾ ਇੰਟੈਲੀਜੈਂਟ ਨੇ, ਬਹੁਤ ਜ਼ਿਆਦਾ ਰਿਐਕਟਿਵ ਨੇ, ਜਿਸ ਕਰਕੇ ਉਹ ਕਿੱਥੇ ਰੱਖੀਆਂ ਹੁੰਦੀਆਂ ਨੇ, ਇੱਕ ਉਹਨਾਂ ਨੂੰ ਕੀ ਕਰ ਦਿੱਤਾ ਹੋਇਆ, ਇੱਕ ਗਰੁੱਪ ਦੇ ਵਿੱਚ ਪਾਤਾ ਹੋਇਆ। ਉਹ ਗਰੁੱਪ ਦੇ ਵਿੱਚ ਕੁਛ ਧਾਤਾਂ ਦੇ ਨੰਬਰ ਕੀ ਨੇ, ਉੱਪਰ ਹੈ। ਫਿਰ ਰਸਤੇ 'ਚ ਕਿਹਦੀ ਵਾਰੀ ਆਉਂਦੀ ਹੈ, ਰਸਤੇ ਵਿੱਚ ਹਾਈਡਰੋਜਨ ਦੀ ਵਾਰੀ ਆਉਂਦੀ ਹੈ। ਫਿਰ ਕੁਛ ਧਾਤਾਂ ਨੇ ਜਿਹੜੀਆਂ ਘੱਟ ਰਿਐਕਟਿਵ ਨੇ, ਉਹ ਹਾਈਡਰੋਜਨ ਤੋਂ ਪਿੱਛੇ ਨੇ। ਉਹ ਕਹਿੰਦਾ ਪਿਆ ਉਹ ਦੱਸੋ ਕਿਹੜੀਆਂ ਧਾਤਾਂ ਨੇ ਜਿਹੜੀਆਂ ਹਾਈਡਰੋਜਨ ਤੋਂ ਪਿੱਛੇ ਹੈ, ਪਿੱਛੇ ਜਿਹਨਾਂ ਦਾ ਨੰਬਰ ਆਉਂਦਾ ਪਿਆ, ਪਿੱਛੇ ਜਿਹਨਾਂ ਦਾ ਰੋਲ ਨੰਬਰ ਆਉਂਦਾ ਪਿਆ। ਤਾਂ ਦੇਖੋ ਇਹਨਾਂ ਦੇ ਵਿੱਚੋਂ ਕੌਣ ਹੈ, ਕਿਹੜੀ ਹੈ, ਕਾਪਰ ਉਸ ਗਰੁੱਪ ਦੇ ਵਿੱਚ ਹਾਈਡਰੋਜਨ ਤੋਂ ਕਿੱਥੇ ਪਈ ਹੈ, ਹੇਠਾਂ ਪਈ ਹੈ, ਜਿਸ ਕਰਕੇ ਜਿਹੜੀ ਕਾਪਰ ਹੈ, ਜਦੋਂ ਤੁਸੀਂ ਕੀ ਕਰੋਗੇ,
ਇੱਕ ਟੈਸਟ ਟਿਊਬ ਦੇ ਵਿੱਚ ਤੁਸੀਂ ਕੀ ਪਾਇਆ ਹੋਇਆ, ਤੁਸੀਂ ਪਾਇਆ ਹੋਇਆ HCl, ਠੀਕ ਹੈ। ਫਿਰ ਜਦੋਂ ਤੁਸੀਂ ਉਹਦੇ ਵਿੱਚ ਕਾਪਰ ਦਾ ਕੀ ਸੁੱਟਦੇ ਆ, ਇੱਕ ਸਟ੍ਰਿਪ ਸੁੱਟਦੇ ਆ, ਹੈ ਨਾ, ਤਾਂ ਕੋਈ ਵੀ ਗੈਸ ਨਹੀਂ ਨਿਕਲਦੀ। ਕਿਉਂ? ਕਿਉਂਕਿ ਕਾਪਰ ਕਿੱਥੇ ਪਿਆ ਹੈ? ਉਸ ਗਰੁੱਪ ਦੇ ਵਿੱਚ, ਉਸ ਸੀਰੀ ਦੇ ਵਿੱਚ ਹਾਈਡਰੋਜਨ ਤੋਂ ਹੇਠਾਂ ਪਿਆ ਹੈ, ਠੀਕ ਹੈ ਜੀ। ਕੁਐਸਚਨ ਨੰਬਰ 20 ਦੇਖੋ, ਮਨਪ੍ਰੀਤ ਦੇ ਅਧਿਆਪਕ ਨੇ ਉਸ ਅਧਾਤ ਦਾ ਨਾਮ ਪੁੱਛਿਆ ਜਿਸ ਵਿੱਚ ਚਮਕ ਹੁੰਦੀ ਹੈ, ਉਹ ਅਧਾਤ ਕਿਹੜੀ ਹੈ? ਟੀਚਰ ਆਸਕਡ ਮਨਪ੍ਰੀਤ ਅਬਾਊਟ ਅ ਨਾਨ ਮੈਟਲ ਵਿਚ ਹੈਜ਼ ਲਸਚਰ, ਜਿਹੜੀ ਚਮਕਦੀ ਹੁੰਦੀ ਹੈ। ਨੇਮ ਦੈਟ ਨਾਨ ਮੈਟਲ। ਕੋਲ, ਕਲੋਰੀਨ, ਫਾਸਫੋਰਸ, ਗ੍ਰੇਫਾਈਟ। ਕੌਣ ਹੈ? ਚਾਰੋਂ ਦੀਆਂ ਚਾਰੋਂ ਤੁਹਾਡੇ ਕੋਲੇ ਅਧਾਤਾਂ ਨੇ, ਦੱਸੋ ਕੌਣ ਹੈ? ਕਿਹਦੇ ਵਿੱਚ ਚਮਕ ਹੁੰਦੀ ਹੈ? ਕਿਹਦੇ ਵਿੱਚ ਚਮਕ ਹੁੰਦੀ ਹੈ ਤੁਹਾਡੇ ਕੋਲੇ? ਫਾਸਫੋਰਸ ਦੇ ਵਿੱਚ, ਠੀਕ ਹੈ। ਫਾਸਫੋਰਸ ਦੇ ਵਿੱਚ ਕੀ ਹੁੰਦੀ ਹੈ? ਚਮਕ ਹੁੰਦੀ ਹੈ। ਗ੍ਰੇਫਾਈਟ ਦੇ ਵਿੱਚ ਚਮਕ ਨਹੀਂ ਹੈ। ਦੇਖੋ ਪੈਨਸਲ ਦਾ ਜਿਹੜਾ ਅਗਲਾ ਆਹ ਟਿਪ ਹੈ, ਠੀਕ ਹੈ, ਗ੍ਰੇਫਾਈਟ, ਇਹਦੇ ਵਿੱਚ ਕੋਈ ਚਮਕ ਨਹੀਂ ਹੈ। ਲਓ 21st ਕੁਐਸਚਨ ਦੇਖੋ। 21st ਕੁਐਸਚਨ ਕੀ ਹੈ? Simran inquired her mother that why can't we store or keep lemon pickle in an aluminium vessel। ਹੁਣ ਦੇਖੋ ਸਾਰਿਆਂ ਨੇ ਤੁਸੀਂ ਅਚਾਰ ਪਾਇਆ ਹੋਣਾ, ਚਾਹੇ ਨਿੰਬੂ ਦਾ ਪਾਇਆ ਹੋਏ, ਚਾਹੇ ਤੁਸੀਂ ਅੰਬਾਂ ਦਾ ਪਾਇਆ ਹੋਏ, ਕਿਸੇ ਵੀ ਚੀਜ਼ ਦਾ ਅਚਾਰ ਪਾਇਆ ਹੋਵੇ, ਤੁਸੀਂ ਆਪਣੇ ਮੰਮੀ ਨੂੰ ਇੱਕ ਕੁਐਸਚਨ ਹੀ ਪੁੱਛਦੇ, ਮੰਮੀ ਤੁਸੀਂ ਇਹਨਾਂ ਨੂੰ ਮਰਤਬਾਨ 'ਚ ਕਿਉਂ ਰੱਖਦੇ ਵੇ, ਹੈ ਨਾ, ਤੁਸੀਂ ਇਹਨੂੰ ਪਲਾਸਟਿਕ ਦੇ ਡੱਬੇ 'ਚ ਕਿਉਂ ਰੱਖਦੇ ਵੇ, ਤੁਸੀਂ ਇਹਨੂੰ ਟਰੰਕ 'ਚ ਕਿਉਂ ਨਹੀਂ ਰੱਖ ਲੈਂਦੇ, ਪੀਪੇ 'ਚ ਕਿਉਂ ਨਹੀਂ ਰੱਖ ਲੈਂਦੇ, ਹੈ ਨਾ, ਜਾਂ ਐਲੂਮੀਨੀਅਮ ਦੇ ਬਣੇ ਭਾਂਡੇ 'ਚ ਨਹੀਂ ਰੱਖ ਲੈਂਦੇ। ਤਾਂ ਤੁਹਾਡੇ ਮੰਮੀ ਕੀ ਕਹਿੰਦੇ ਆ? ਕੀ ਕਹਿੰਦੇ ਆ ਤੁਹਾਡੇ ਮੰਮੀ? ਤੁਹਾਡੇ ਮੰਮੀ ਕਹਿੰਦੇ ਹਾਏ ਮੈਂ ਇੰਨੀ ਮਿਹਨਤ ਦੇ ਨਾਲ ਅਚਾਰ ਪਾਇਆ, ਖਰਾਬ ਹੋ ਜਾਊਗਾ, ਇੱਦਾਂ ਹੀ ਕਹਿੰਦੇ ਆ ਨਾ। ਤੋ ਦੇਖੋ ਕਿਉਂ ਨਹੀਂ ਰੱਖਦੇ? ਕਿਉਂਕਿ ਖਰਾਬ ਹੋ ਜਾਊਗਾ, ਖੱਟਾ ਹੋ ਜਾਊਗਾ। ਬਈ ਅਚਾਰ ਤਾਂ ਪਹਿਲੇ ਹੀ ਖੱਟਾ ਹੁੰਦਾ। ਮਿੱਠਾ ਹੋ ਜਾਊਗਾ, ਨਹੀਂ। ਪਿਕਲ ਬਿਕਮ ਪੋਇਜ਼ਨਸ, ਹੈ ਨਾ, ਅਚਾਰ ਖਰਾਬ ਹੋ ਜਾਊਗਾ, ਠੀਕ। ਲਓ ਅਗਲੇ ਕੁਐਸਚਨ ਤੇ ਆਉਂਦੇ ਹਾਂ। ਲਓ ਜੀ ਕੁਐਸਚਨ ਨੰਬਰ 22 ਹੈ। ਤਾਂਬਾ ਧਾਤ ਦੀ ਵਰਤੋਂ ਆਮ ਤੌਰ ਤੇ ਬਿਜਲੀ ਦੀਆਂ ਤਾਰਾਂ ਬਣਾਉਣ ਤੇ ਖਾਣ ਵਾਲੇ ਬਰਤਨ ਬਣਾਉਣ ਵਿੱਚ ਕੀਤੀ ਜਾਂਦੀ ਹੈ, ਠੀਕ ਹੈ ਜੀ। ਹੇਠ ਲਿਖੇ ਵਿੱਚੋਂ ਕਿਹੜਾ ਗੁਣ ਤਾਂਬੇ ਜਾਂ ਕਾਪਰ ਦਾ ਨਹੀਂ ਹੈ? ਕਹਿੰਦਾ ਪਿਆ ਐਲੀਮੈਂਟ। ਕਾਪਰ ਇਜ਼ ਮੇਨਲੀ ਯੂਜ਼ਡ ਫॉर ਮੈਨੂਫੈਕਚਰ ਆਫ ਇਲੈਕਟ੍ਰਿਕ ਵਾਇਰਸ ਐਂਡ ਕੁਕਿੰਗ ਯੂਟੈਂਸਿਲਸ। ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਦ ਪ੍ਰੋਪਰਟੀ ਆਫ ਕਾਪਰ। ਮਤਲਬ ਖਚੀਨ ਯੋਗਤਾ, ਕੁਟੀਨ ਯੋਗਤਾ, ਘੱਟ ਪਿਘਲਾ ਦਰਜਾ ਤੇ ਤਾਪ ਦੀ ਸੁਚਾਲਕਤਾ। ਦੇਖੋ ਜੇ ਉਹਦੇ ਤੋਂ ਯੂਟੈਂਸਿਲਸ ਬਣਦੇ ਨੇ, ਭਾਂਡੇ ਬਣਦੇ ਨੇ, ਤੇ ਜੇਕਰ ਉਹਦਾ ਪਿਘਲਣ ਲੋ ਮੈਲਟਿੰਗ ਪੁਆਇੰਟ ਹੋਊਗਾ ਤਾਂ ਜਦੋਂ ਅਸੀਂ ਉਹਨੂੰ ਗੈਸ 'ਤੇ ਰੱਖਾਂਗੇ ਤਾਂ ਉਹ ਮੈਲਟ ਕਰ ਜੂਗਾ। ਤਾਂ ਕਿਹੜਾ ਗੁਣ ਹੈ ਜਿਹੜਾ ਕਾਪਰ ਦਾ ਨਹੀਂ ਹੈ? ਆਹ ਵਾਲਾ ਲੋ ਮੈਲਟਿੰਗ ਪੁਆਇੰਟ, ਠੀਕ ਹੈ। ਡਕਟਿਲਿਟੀ ਹੈ ਤਾਂ ਹੀ ਉਹਦੀਆਂ ਕੀ ਬਣਦੀਆਂ ਨੇ? ਤਾਰਾਂ। ਮੈਲੇਬਿਲਿਟੀ ਹੈ ਤਾਂ ਹੀ ਉਹਦੇ ਭਾਂਡੇ ਵੀ ਬਣ ਗਏ। ਗੁੱਡ ਕੰਡਕਟਰ ਆਫ ਹੀਟ ਹੈ। ਅਸੀਂ ਆਪਣੇ ਇੱਕ ਕੱਢਿਆ ਪੈਨ ਕੱਢਿਆ ਜਿਹੜਾ ਕਾਪਰ ਦਾ ਬਣਿਆ ਹੋਇਆ ਸੀ, ਉਹਦੇ ਵਿੱਚ ਕੀ ਰੱਖ ਦਿੱਤਾ? ਕੋਈ ਚੀਜ਼ ਗਰਮ ਕਰਨੀ ਰੱਖਤੀ, ਥੋੜੀ ਦੇਰ ਬਾਅਦ ਉਹ ਗਰਮ ਹੋ ਜਾਂਦੀ। ਕਿਉਂ? ਕਿਉਂਕਿ ਉਹ ਤਾਪ ਦੀ ਕੀ ਹੈ? ਸੁਚਾਲਕ ਹੈ, ਕੰਡਕਟਰ ਹੈ। ਤਾਂ ਕਿਹੜਾ ਗੁਣ ਨਹੀਂ ਹੈ? ਪਿਘਲਣ ਦਰਜਾ ਹੈ। ਜੇ ਪਿਘਲਣ ਦਰਜਾ ਉਹਦਾ ਘੱਟ ਹੈ ਤਾਂ ਫਿਰ ਕੀ ਹੋਊਗਾ? ਫਟਾਫਟ ਉਹਨੂੰ ਗੈਸ 'ਤੇ ਰੱਖਾਂਗੇ ਉਹ ਤਾਂ ਪਿਘਲ ਜਾਊਗਾ। ਸਬਜ਼ੀ ਉਹਨੇ ਕੀ ਗਰਮ ਕਰਨੀ? ਤਾਂ ਇਹ ਚੀਜ਼ ਕੀ ਹੈ? ਇਹ ਕਾਪਰ ਦੇ ਨਾਲ ਸੰਬੰਧਿਤ ਨਹੀਂ ਹੈ। ਅਸੀਂ ਇਹਨੂੰ ਕੀ ਕਰ ਦੇਵਾਂਗੇ? ਟਿਕ ਕਰ ਦੇਵਾਂਗੇ। ਅੱਛਾ ਜੀ ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 23rd ਕੁਐਸਚਨ ਨੰਬਰ ਦੇ ਵਿੱਚ ਤੁਹਾਡੇ ਕੋਲ ਕੀ ਹੈ? ਕਹਿੰਦਾ ਪਿਆ ਟੂ ਐਲੀਮੈਂਟਸ A and B ਔਨ ਬਰਨਿੰਗ ਇਨ ਏਅਰ ਗਿਵ ਕੋਰਸਪੋਂਡਿੰਗ ਆਕਸਾਈਡ। A ਤੇ B ਦੋਨਾਂ ਨੂੰ ਕੀ ਕੀਤਾ? ਹਵਾ ਦੇ ਵਿੱਚ ਜਲਾਇਆ ਤੇ ਜਲਾ ਕੇ ਦੋਨਾਂ ਦੇ ਕੀ ਬਣਾ ਦਿੱਤੇ? ਆਕਸਾਈਡ ਬਣਾਤੇ, ਆਪਣੇ ਆਪਣੇ ਆਕਸਾਈਡ ਬਣਾਤੇ। ਆਕਸਾਈਡ ਆਫ ਬੋਥ A and B ਆਰ ਸੋਲੂਬਲ ਇਨ ਵਾਟਰ। ਦੋਨਾਂ ਦੇ A ਤੇ B ਦੇ ਕੀ ਸੀ? ਸੋਲੂਬਲ ਇਨ ਵਾਟਰ ਸੀ। ਦ ਐਕੁਅਸ ਸੋਲਿਊਸ਼ਨ ਆਫ A ਇਜ਼ ਅਲਕਾਲਾਈਨ ਐਂਡ ਰਿਐਕਟਸ ਵਿਦ aqueous solution of oxide of B to give another compound. Identify A and B. तो कहता पाया ਤੁਹਾਡੇ ਕੋਲ A ਤੇ B ਹੈ, ਠੀਕ ਹੈ। A ਨੂੰ ਵੀ ਜਲਾਇਆ, B ਨੂੰ ਵੀ ਜਲਾਇਆ ਆਕਸੀਜਨ, ਤੇ A ਨੇ ਆਪਣਾ ਆਕਸਾਈਡ ਬਣਾ ਦਿੱਤਾ, B ਨੇ ਆਪਣਾ ਆਕਸਾਈਡ ਬਣਾ ਦਿੱਤਾ। ਨਾਲ ਦੀ ਨਾਲ ਉਹਨੇ ਤੁਹਾਨੂੰ ਹਿੰਟ ਦੇ ਦਿੱਤਾ ਕਿ ਜਿਹੜਾ A ਦਾ ਆਕਸਾਈਡ ਹੈ ਉਹ ਕੀ ਹੈ ਤੁਹਾਡੇ ਕੋਲ? ਅਲਕਾਲਿਨ। ਹੁਣ ਅਲਕਾਲਿਨ ਖਾਰੀ ਕਿਹਦੇ ਆਕਸਾਈਡ ਹੁੰਦੇ ਨੇ? ਤੁਹਾਨੂੰ ਪਤਾ ਖਾਰੀ ਕਿਹਨਾਂ ਦੇ ਹੁੰਦੇ ਨੇ? ਧਾਤਾਂ ਦੇ, ਹੈ ਨਾ। ਤੋ ਧਾਤਾਂ ਕਿਹਦੇ ਨਾਲ ਰਿਐਕਟ ਕਰਦੀਆਂ ਨੇ? ਅਧਾਤਾਂ ਦੇ ਨਾਲ। ਜੇਕਰ ਇਹ ਖਾਰੀ ਹੈ, ਇਹਦਾ ਜਿਹੜਾ ਆਕਸਾਈਡ ਹੈ ਖਾਰੀ ਹੈ, ਕਿਹਦੇ ਨਾਲ ਰਿਐਕਟ ਕਰੂਗਾ? ਤੁਸੀਂ ਪੜ੍ਹਿਆ ਉਦਾਸੀਨ ਕਿਰਿਆ ਕਿਹਦੇ ਨਾਲ ਕਰੂਗਾ? ਆਪਣੇ ਤੋਂ ਉਲਟੇ ਦੇ ਨਾਲ, ਜਿਹੜਾ ਕੀ ਹੋਊਗਾ? ਬੇਸ, ਜਿਹੜਾ ਕਿ ਇਹ ਅਲਕਾਲਿਨ ਹੈ, ਦੂਸਰਾ ਕੀ ਹੋਊਗਾ? ਐਸਿਡਿਕ ਹੋਊਗਾ। ਤੋ ਐਸਿਡਿਕ ਕਿਹਦੇ ਹੁੰਦੇ ਨੇ? ਜੇਕਰ ਇਹ ਅਲਕਾਲਿਨ ਹੈ, ਇਹ ਕੀ ਹੋਊਗਾ? ਐਸਿਡਿਕ ਹੋਊਗਾ, ਤੇਜ਼ਾਬੀ ਹੋਊਗਾ। ਉਹ ਕਿਹਦੇ ਹੁੰਦੇ ਨੇ? ਉਹ ਕਿਹਦੇ ਹੁੰਦੇ ਨੇ? ਅਧਾਤਾਂ ਨੇ, ਨॉन ਮੈਟਲ। ਇਹਦਾ ਮਤਲਬ A ਧਾਤ ਹੈ, B ਕੀ ਹੈ? ਅਧਾਤ ਹੈ। तो ਅਸੀਂ A ਤੇ B ਦੋਨੋਂ ਧਾਤਾਂ ਹਨ? ਨਹੀਂ। ਦੋਨੋਂ ਧਾਤਾਂ ਹਨ? ਨਹੀਂ। A ਧਾਤ ਹੈ, B ਅਧਾਤ ਹੈ। ਯੈਸ। तो ਅਸੀਂ ਕਿਹਨੂੰ ਟਿਕ ਕਰਾਂਗੇ? ED ਨੂੰ, ਠੀਕ ਹੈ। A ਇਜ਼ ਮੈਟਲ, B ਇਜ਼ ਨॉन ਮੈਟਲ। ਹੁਣ ਤੁਹਾਨੂੰ ਪਤਾ ਲੱਗ ਗਿਆ ਹੋਇਆ ਜਿਹੜੇ ਮੈਟਲਸ ਦੇ ਆਕਸਾਈਡ ਨੇ ਉਹ ਕੀ ਹੁੰਦੇ ਨੇ? ਉਹ ਹੁੰਦੇ ਨੇ ਤੁਹਾਡੇ ਕੋਲੇ ਬੇਸਿਕ, ਅਲਕਾਲਿਨ, ਖਾਰੀ,
ਤੇ ਜਿਹੜੇ ਨਾਨ ਮੈਟਲ ਦੇ ਹੁੰਦੇ ਨੇ ਉਹ ਕੀ ਹੁੰਦੇ ਨੇ ਤੁਹਾਡੇ ਕੋਲੇ ਐਸਿਡਿਕ ਤੇਜ਼ਾਬੀ, ਔਰ ਇਹ ਆਪਸ 'ਚ ਰਿਐਕਟ ਕਰਕੇ ਕੀ ਬਣਾਉਂਦੇ ਨੇ ਉਦਾਸੀਨ ਕਿਰਿਆ ਕਰਦੇ ਨੇ। ਠੀਕ ਹੈ ਜੀ। ਨੈਕਸਟ ਕਰੀਏ ਕੁਐਸਚਨ ਨੰਬਰ 24th, ਵਿਚ ਆਫ ਦਾ ਅਮੰਗੈਸਟ ਇਜ਼ ਦਾ ਲੀਸਟ ਰਿਐਕਟਿਵ ਮੈਟਲ। ਠੀਕ ਹੈ ਜੀ। ਹੇਠ ਲਿਖਿਆਂ ਵਿੱਚੋਂ ਸਭ ਤੋਂ ਘੱਟ ਕਿਰਿਆਸ਼ੀਲ ਧਾਤ ਕਿਹੜੀ ਹੈ? ਚਾਂਦੀ, ਸੋਨਾ, ਕਾਪਰ, ਪਲੈਟੀਨਮ। ਕੌਣ ਹੈ ਘੱਟ, ਸਭ ਤੋਂ ਘੱਟ ਕੌਣ ਹੈ ਕਿਰਿਆਸ਼ੀਲ? ਹੁਣ ਤੁਹਾਨੂੰ ਫੇਰ ਪਤਾ ਹੈ, ਤੁਸੀਂ ਉਹ ਕਿਰਿਆਸ਼ੀਲ ਵਾਲਾ ਚਾਰਟ ਦੇਖੋਗੇ, ਕਿਹੜੀ ਮੈਟਲ ਹੈ ਜਿਹੜੀ ਸਭ ਤੋਂ ਹੇਠਾਂ ਪਈ ਹੋਊਗੀ ਇਹਨਾਂ ਚੋਂ, ਇਹਨਾਂ ਸਾਰਿਆਂ ਦੇ ਵਿੱਚੋਂ ਤੁਸੀਂ ਲੱਭਣਾ ਸਿਲਵਰ, ਗੋਲਡ, ਕਾਪਰ, ਪਲੈਟੀਨਮ ਦੇ ਵਿੱਚੋਂ ਕੌਣ ਹੈ ਸਭ ਤੋਂ ਘੱਟ ਕਿਰਿਆਸ਼ੀਲ। ਤੁਹਾਨੂੰ ਦੱਸਿਆ ਵੀ ਹੈ ਕਿ ਤੁਹਾਡੀ ਅਰਥ ਦੀ ਕਰਸਟ ਦੇ ਵਿੱਚ ਜਦੋਂ ਅਸੀਂ ਮੈਟਲਸ ਨੂੰ ਬਾਹਰ ਕੱਢਦੇ ਹਾਂ, ਧਾਤਾਂ ਨੂੰ ਬਾਹਰ ਕੱਢਦੇ ਹਾਂ, ਕੁਝ ਮੈਟਲਸ ਹੁੰਦੀਆਂ ਨੇ ਜਿਹੜੀਆਂ ਐਸਿਡ ਬਾਹਰ ਨਿਕਲ ਆਉਂਦੀਆਂ ਨੇ, ਮਤਲਬ ਉਹ ਕੋਈ ਆਕਸਾਈਡ ਜਾਂ ਸਲਫਾਈਡ ਨਹੀਂ ਬਣਾ ਕੇ ਬੈਠੀਆਂ ਹੁੰਦੀਆਂ। ਕਿਉਂ? ਕਿਉਂਕਿ ਉਹ ਕੀ ਹੁੰਦੀਆਂ ਨੇ, ਅਕਿਰਿਆਸ਼ੀਲ ਹੁੰਦੀਆਂ ਨੇ, ਉਹ ਕਿਸੇ ਨਾਲ ਵੀ ਕੀ ਕਰਦੀਆਂ ਨੇ, ਰਿਐਕਸ਼ਨ ਨਹੀਂ ਕਰਦੀਆਂ। ਇਹਦਾ ਆਨਸਰ ਤੁਸੀਂ ਆਪੇ ਲੱਭਣਾ। ਠੀਕ ਹੈ ਜੀ। ਮੈਂ ਲਿਖ ਕੋਈ ਕੁਐਸਚਨ ਦਿੱਤਾ ਤੁਹਾਨੂੰ ਕਰਨ ਨੂੰ। 25th ਕੁਐਸਚਨ ਦੇਖਦੇ ਹਾਂ ਅਸੀਂ। 25th ਕੁਐਸਚਨ ਵਿੱਚ ਹੈ, ਹਰਪ੍ਰੀਤ ਬਰਨਸ ਅ ਪੀਸ ਆਫ ਚਾਰਕੋਲ ਐਂਡ ਕਲੈਕਟਡ ਦਾ ਗੈਸ ਇਵੋਲਵ ਡਿਊਰਿੰਗ ਦੀ ਬਰਨਿੰਗ ਪ੍ਰੋਸੈਸ, ਨੇਮ ਦਾ ਗੈਸ। ਹਰਪ੍ਰੀਤ ਨੇ ਕੀ ਕੀਤਾ, ਚਾਰਕੋਲ ਦੇ ਟੁਕੜੇ ਤੋਂ ਨਿਕਲੀ ਗੈਸ ਨੂੰ ਪਰਖਨਲੀ ਵਿੱਚ ਇਕੱਠਾ ਕੀਤਾ। ਇਹ ਕਿਹੜੀ ਗੈਸ ਸੀ? ਇਹ ਆਕਸੀਜਨ ਸੀ, ਇਹ ਸਲਫਰ ਡਾਈਆਕਸਾਈਡ ਸੀ, ਇਹ ਕਾਰਬਨ ਡਾਈਆਕਸਾਈਡ ਸੀ ਕਿ ਕਾਰਬਨ ਮੋਨੋਆਕਸਾਈਡ ਸੀ? ਕਿਹੜੀ ਗੈਸ ਸੀ ਭਲਾ? ਲਓ ਫੇ ਹੁਣ ਜਦੋਂ ਤੁਸੀਂ ਇਸ ਕੁਐਸਚਨ ਨੂੰ ਸਮਝੋਗੇ, ਠੀਕ ਹੈ, ਧਿਆਨ ਦੇ ਨਾਲ ਦੇਖਿਓ, ਮੇਰੀ ਇੱਕ ਗੱਲ ਧਿਆਨ ਨਾਲ ਸੁਣਿਓ। ਮੰਨ ਲਓ ਤੁਹਾਨੂੰ ਇਹ ਕੁਐਸਚਨ ਇੱਦਾਂ ਆਂਦਾ ਕਿ ਜਦੋਂ ਉਹਨੇ ਚਾਰਕੋਲ ਦੇ ਟੁਕੜੇ ਰੱਖੇ ਤਾਂ ਜਿਹੜੀ ਹਵਾ ਸੀ ਉਹ ਬਹੁਤ ਜ਼ਿਆਦਾ ਮਾਤਰਾ ਵਿੱਚ ਸੀ। ਠੀਕ ਹੈ, ਹਵਾ ਦੀ ਸਪਲਾਈ ਫੁੱਲ ਸੀ। ਠੀਕ ਹੈ, ਤਾਂ ਤੁਹਾਨੂੰ ਪਤਾ ਹੈ ਜਿਹੜਾ ਚਾਰਕੋਲ ਹੈ ਦੈਟ ਇਜ਼ ਕਾਰਬਨ, ਉਹ ਕਾਰਬਨ ਹੈ। ਜਦੋਂ ਤੁਸੀਂ ਉਹਨੂੰ ਜਲਾਣਾ ਕਿੱਦਾਂ, ਸਪੋਰਟਰ ਚਾਹੀਦਾ। ਉਹ ਕੌਣ ਹੁੰਦਾ? ਆਕਸੀਜਨ। ਕੀ ਬਣਾਉਂਗੇ ਤੁਸੀਂ? ਕੀ ਬਣਦਾ ਤੁਹਾਡੇ ਕੋਲੇ? ਕਾਰਬਨ ਡਾਈਆਕਸਾਈਡ। ਠੀਕ ਹੈ, ਪਾਣੀ ਨਹੀਂ ਬਣਦਾ, ਕਾਰਬਨ ਡਾਈਆਕਸਾਈਡ ਬਣਦਾ। ਅੱਛਾ, ਕਾਰਬਨ ਡਾਈਆਕਸਾਈਡ ਬਣ ਗਿਆ। ਪਰ ਕਦੀ ਕਦੀ ਕੀ ਹੁੰਦਾ, ਕੁਛ ਲੋਕੀ ਹੁੰਦੇ ਜਿਹੜੇ ਸਰਦੀਆਂ ਵਿੱਚ ਘਰੇ ਕੀ ਕਰਦੇ ਨੇ, ਰਾਤੀ ਸੌਣ ਲੱਗੇ ਅੰਗੀਠੀ ਬਾਲ ਲੈਂਦੇ ਨੇ, ਹੈ ਨਾ, ਜਾਂ ਆਪਣੇ ਕੋਲੇ ਉਹ ਰੱਖਦੇ ਨੇ ਵੱਡਾ ਸਾਰਾ ਟੱਪ ਜਿਹਾ ਲੋਹੇ ਦਾ ਬਣਿਆ ਹੋਇਆ, ਹੈ ਨਾ, ਉਹਦੇ ਵਿੱਚ ਕੀ ਕਰਦੇ ਨੇ, ਕੋਲੇ ਸੁੱਟ ਲੈਂਦੇ ਨੇ। ਔਰ ਆਕਸੀਜਨ ਕਮਰੇ 'ਚ ਹੁੰਦੀ ਆ ਪਰ ਦਰਵਾਜ਼ੇ ਬੰਦ ਹੁੰਦੇ ਨੇ, ਤੋ ਜਿਹੜੀ ਹਵਾ ਦੀ ਸਪਲਾਈ ਹੁੰਦੀ ਹੈ ਉਹ ਕੀ ਹੁੰਦੀ ਹੈ, ਲਿਮਿਟਿਡ, ਹੈ ਨਾ। ਕੀ ਹੁੰਦੀ ਹੈ, ਲਿਮਿਟਿਡ ਮਤਲਬ ਥੋੜੀ ਜੀ ਘੱਟ ਮਾਤਰਾ ਵਿੱਚ ਹੁੰਦੀ ਹੈ। ਉਸ ਟਾਈਮ ਤੁਹਾਡੇ ਕੋਲੇ ਕੀ ਬਣਦਾ, ਕਾਰਬਨ ਮੋਨੋਆਕਸਾਈਡ। ਹੁਣ ਫਿਲਹਾਲ ਇਸ ਕੁਐਸਚਨ ਦੇ ਵਿੱਚ ਉਹਨਾਂ ਨੇ ਕੁਝ ਵੀ ਨਹੀਂ ਕਿਹਾ ਘੱਟ ਜਾਂ ਵੱਧ, ਅਸੀਂ ਇਹੀ ਮੰਨਣਾ ਕਿ ਵੱਧ ਹੈ। ਤਾਂ ਕਿਹੜੀ ਗੈਸ ਬਣਾਉਣੀ ਅਸੀਂ, ਕਾਰਬਨ ਡਾਈਆਕਸਾਈਡ। ਪਰ ਜੇਕਰ ਤੁਹਾਨੂੰ ਆਏ ਕੁਐਸਚਨ ਕਿ ਬਈ ਜਿਹੜੀ ਹਵਾ ਹੈ, ਆਕਸੀਜਨ ਹੈ, ਉਸ ਕਮਰੇ ਦੇ ਵਿੱਚ ਲਿਮਿਟਿਡ ਸਪਲਾਈ ਹੈ, ਫਿਰ ਤੁਸੀਂ ਕਿਹੜੀ ਗੈਸ ਬਣਾਉਣੀ, ਕਾਰਬਨ ਮੋਨੋਆਕਸਾਈਡ। ਠੀਕ ਹੈ ਜੀ। ਅੱਛਾ ਜੀ, ਉਸ ਤੋਂ ਬਾਅਦ ਦੇਖੋ ਜੀ ਕੁਐਸਚਨ ਨੰਬਰ 26 ਕਹਿੰਦਾ ਪਿਆ, ਨੇਮ ਅ ਮੈਟਲ that is so soft it can be cut with knife। ਹੁਣੇ ਕੀਤਾ ਅਸੀਂ, ਤੁਹਾਨੂੰ ਦੋ ਮੈਟਲਸ ਪਤਾ, ਸੋਡੀਅਮ ਤੇ ਪੋਟਾਸ਼ੀਅਮ। and also it is so reactive that it cannot be placed in open air। ਤੋਂ ਕਹਿੰਦਾ ਪਿਆ ਤੁਹਾਡੇ ਕੋਲੇ ਕੋਈ ਮੈਟਲ ਹੈ ਜਿਹੜੀ ਬਹੁਤ ਨਰਮ ਹੁੰਦੀ ਹੈ ਪਰ ਉਹ ਇੰਨੀ ਕੁ ਰਿਐਕਟਿਵ ਹੈ, ਇੰਨੀ ਕੁ ਕਿਰਿਆਸ਼ੀਲ ਹੈ, ਉਹਨੂੰ ਖੁੱਲੀ ਹਵਾ ਵਿੱਚ ਨਹੀਂ ਰੱਖਿਆ ਜਾ ਸਕਦਾ। ਕਿਹੜੀ ਹੈ? ਮੈਟਲ ਦੀ ਗੱਲ ਕਰਦਾ ਪਿਆ। ਤਾਂ ਆਇਰਨ ਤਾਂ ਬਈ, ਆਇਰਨ ਤਾਂ ਦੇਖੋ ਹੁਣ ਤੁਸੀਂ ਕਈਆਂ ਨੇ ਸ਼ੈੱਡ ਪਾਈ ਹੋਊਗੀ, ਆਇਰਨ ਤਾਂ ਬਾਹਰ ਹੀ ਪਿਆ ਰਹਿੰਦਾ, ਇਹ ਤਾਂ ਹੈ ਨਹੀਂ। ਐਲੂਮੀਨੀਅਮ ਵੀ ਨਹੀਂ ਹੈ। ਠੀਕ ਹੈ, ਪੋਟਾਸ਼ੀਅਮ, ਜਿਹੜਾ ਪੋਟਾਸ਼ੀਅਮ ਹੈ, ਹਾਂ ਪੋਟਾਸ਼ੀਅਮ ਹੀ ਹੈ ਸੌਫਟ, ਜਿਹਨੂੰ ਨਾਈਫ ਦੇ ਨਾਲ ਕੱਟ ਵੀ ਲੈਂਦੇ ਆ। ਔਰ ਇਹਨੂੰ ਕਿੱਥੇ ਸਟੋਰ ਕਰਦੇ ਆ, ਇਹਨੂੰ ਇੱਦਾਂ ਓਪਨ 'ਚ ਨਹੀਂ ਸਟੋਰ ਕਰਦੇ, ਹੈ ਨਾ। ਇਹਨੂੰ ਸਟੋਰ ਕਰਨ ਦਾ ਇੱਕ ਸਪੈਸ਼ਲ ਤਰੀਕਾ ਹੈ ਨਾ, ਇਹਨੂੰ ਸਟੋਰ ਵੀ ਸਪੈਸ਼ਲ ਤਰੀਕੇ ਦੇ ਨਾਲ ਕਰਦੇ, ਇਹਨੂੰ ਓਪਨ 'ਚ ਨਹੀਂ ਰੱਖਦੇ ਕਿਉਂਕਿ ਬਹੁਤ ਜ਼ਿਆਦਾ ਕਿਰਿਆਸ਼ੀਲ ਹੈ, ਫਟਾਫਟ ਅੱਗ ਫੜ ਲੂਗੀ। ਠੀਕ, ਤਾਂ ਅਸੀਂ ਕਿਹਦੇ ਨਾਲ, ਕਿਹਨੂੰ ਆਪਸ਼ਨ ਨੂੰ ਟਿਕ ਕਰਾਂਗੇ, ਸੀ ਆਪਸ਼ਨ ਨੂੰ ਟਿਕ ਕਰਾਂਗੇ। ਨੈਕਸਟ ਕੁਐਸਚਨ ਦੇਖਦੇ ਹਾਂ, ਕੁਐਸਚਨ ਨੰਬਰ 27 ਕੁਐਸਚਨ ਨੰਬਰ ਦੇ ਵਿੱਚ ਤੁਹਾਨੂੰ ਕੀ ਹੈ, ਮਹਿਕ ਨੇ ਦੇਖਿਆ ਕਿ ਉਸਦੇ ਨਵੇਂ ਕਾਪਰ ਦੇ ਬਰਤਨਾਂ ਨੂੰ ਕੁਝ ਸਮਾਂ ਵਰਤਣ ਤੋਂ ਬਾਅਦ ਉਹਨਾਂ ਦੀ ਚਮਕ ਕਾਫੀ ਘੱਟ ਗਈ। ਹੁੰਦਾ ਹੈ ਨਾ, ਤੁਸੀਂ ਪੂਜਾ ਘਰ ਦੇ ਵਿੱਚ ਗੜਬੀ ਵੀ ਰੱਖੀ ਹੁੰਦੀ ਹੈ ਨਾ, ਉਹ ਵੀ ਕਸਮੈਲੀ ਜੀ ਹੋ ਜਾਂਦੀ ਹੈ, ਉਸ ਦੇ ਉੱਤੇ ਹਰੇ ਰੰਗ ਦੀ ਪਰਤ ਵੀ ਚੜ ਗਈ, ਫਿਰ ਉਹੀ ਹਰੇ ਰੰਗ ਵਾਲਾ ਆ ਗਿਆ। ਅਜਿਹਾ ਕਿਉਂ ਹੋਇਆ? ਕਾਪਰ ਆਕਸਾਈਡ ਦੀ ਪਰਤ ਬਣਨ ਨਾਲ, ਕਾਪਰ ਕਾਰਬੋਨੇਟ ਦੀ ਪਰਤ ਬਣਨ ਨਾਲ, ਕਾਪਰ ਦੇ ਖੋਰਨ ਕਰਕੇ, ਇਹਨਾਂ ਵਿੱਚੋਂ ਕੋਈ ਵੀ ਨਹੀਂ। ਕਿਹੜੀ ਪਰਤ ਬਣ ਜਾਂਦੀ ਹੈ, ਕਿਹੜੀ ਪਰਤ ਚੜ ਜਾਂਦੀ ਹੈ? ਦੋ ਚੜੇ, ਆਪਾਂ ਕਿਹਾ ਸੀ ਕਾਪਰ, ਕਿਹੜਾ ਗਿਆ ਸੀ, ਕਾਪਰ ਹਾਈਡਰੋਕਸਾਈਡ ਪਲੱਸ ਕਾਪਰ ਕਾਰਬੋਨੇਟ, ਹੈ ਨਾ, ਇਹੀ ਕਿਹਾ ਸੀ। ਤੋ ਇਹਨਾਂ ਵਿੱਚੋਂ ਦੇਖੋ ਕੌਣ ਮੈਚ ਕਰਦਾ ਹੋਇਆ, ਦੇਖੋ ਕਾਰਬੋਨੇਟ, ਅਸੀਂ ਕੀ ਕਵਾਂਗੇ, ਐਡਾਪਸ਼ਨ। ਉਸ ਤੋਂ ਬਾਅਦ ਹੈ, ਅਧਾਤਾਂ ਦੇ ਆਕਸਾਈਡ ਸੁਭਾਅ ਵਿੱਚ ਕਿੱਦਾਂ ਦੇ ਹੁੰਦੇ ਹਨ? ਲੋ ਹੁਣ ਫੇਰ ਆ ਗਿਆ, ਅਧਾਤਾਂ ਮਤਲਬ
ਨੌਨ ਮੈਟਲਸ ਦੇ ਜਿਹੜੇ ਆਕਸਾਈਡ ਨੇ, ਨੌਨ ਮੈਟਲਸ ਜਦੋਂ ਆਕਸੀਜਨ ਦੇ ਨਾਲ ਕਿਰਿਆ ਕਰਕੇ ਆਕਸਾਈਡ ਬਣਾਉਂਦੇ ਆ, ਕਿੱਦਾਂ ਦੇ ਹੁੰਦੇ? ਹੁਣੇ ਕੀਤਾ ਨਾ AB ਵਾਲਾ ਕੁਐਸਚਨ ਸੀ, ਉਹਦੇ ਵਿੱਚ ਕਿਹਾ ਸੀਗਾ ਕਿ ਜਿਹੜਾ B ਹੈ ਉਹਦਾ ਆਕਸਾਈਡ ਕਿੱਦਾਂ ਦਾ ਹੋਊਗਾ? B ਅਧਾਤ ਸੀ, ਕਿੱਦਾਂ ਦਾ ਹੁੰਦਾ? ਐਸਿਡਿਕ, ਤੇਜ਼ਾਬੀ। ਆਹ ਦੇਖੋ ਤੇਜ਼ਾਬੀ ਪਿਆ ਹੋਇਆ, ਠੀਕ ਹੈ ਜੀ। 29th ਦੇਖੋ, 29 ਦੇ ਵਿੱਚ ਤੁਹਾਡੇ ਕੋਲੇ ਉਸ ਕਿਰਿਆ ਨੂੰ ਕੀ ਕਹਿੰਦੇ ਹਨ ਜਿਸ ਵਿੱਚ ਇੱਕ ਜ਼ਿਆਦਾ ਕਿਰਿਆਸ਼ੀਲ ਤੱਤ ਕਿਸੇ ਘੱਟ ਕਿਰਿਆਸ਼ੀਲ ਤੱਤ ਨੂੰ ਉਸਦੇ ਨਮਕ ਦੇ ਘੋਲ ਵਿੱਚੋਂ ਹਟਾ ਕੇ ਖੁਦ ਉਸ ਦਾ ਸਥਾਨ ਲੈ ਲੈਂਦਾ ਹੈ। ਮਤਲਬ ਤੁਹਾਡੇ ਕੋਲੇ ਸੀ ਆਇਰਨ ਸਲਫੇਟ ਦਾ ਘੋਲ, ਹੁਣੇ ਕੀਤਾ ਹਰੇ ਰੰਗ ਦਾ, ਫਿਰ ਤੁਸੀਂ ਉਹਦੇ ਵਿੱਚ ਜਦੋਂ ਜ਼ਿੰਕ ਦੇ ਛੋਟੇ ਟੁਕੜੇ ਪਾਏ, ਗ੍ਰੈਨਿਊਲਸ ਪਾਏ, ਤਾਂ ਜ਼ਿੰਕ ਆਇਰਨ ਨੂੰ ਧੱਕਾ ਮਾਰਦੀ ਹੈ ਔਰ ਆਪ ਉਹਦੀ ਥਾਂ ਤੇ ਆ ਜਾਂਦੀ ਹੈ ਨਾ, ਔਰ ਕੀ ਬਣਾ ਦਿੰਦੀ ਹੈ ਤੁਹਾਡੇ ਕੋਲੇ? ਜ਼ਿੰਕ ਸਲਫੇਟ ਐਂਡ ਆਇਰਨ। ਕਹਿੰਦਾ ਇਹ ਕਿਹਦੇ ਕਰਕੇ ਹੋਇਆ? ਸੰਯੋਜਨ ਕਿਰਿਆ ਸੀ? ਨਹੀਂ, ਸੰਯੋਜਨ 'ਚ ਤਾਂ ਜੁੜਦੇ ਆ। ਵਿਸਥਾਪਨ ਕਿਰਿਆ ਸੀ, ਅਪਘਟਨ ਕਿਰਿਆ ਸੀ, ਜਾਂ ਦੋਹਰਾ ਵਿਸਥਾਪਨ ਕਿਰਿਆ ਸੀ? ਕਿਹੜਾ ਸੀ? ਇਹਨੇ ਇਹਨੂੰ ਧੱਕਾ ਮਾਰਿਆ, ਸਿਰਫ ਇੱਕ ਚੀਜ਼ ਦੂਏ ਨੂੰ ਧੱਕਾ ਮਾਰਦੀ ਪਈ, ਕਿਹੜੀ ਹੈ? ਵਿਸਥਾਪਨ ਕਿਰਿਆ। ਇੰਗਲਿਸ਼ ਦੇ ਵਿੱਚ ਵਿਸਥਾਪਨ ਕਿਰਿਆ ਨੂੰ ਕੀ ਕਹਿੰਦੇ ਆ? ਡਿਸਪਲੇਸਮੈਂਟ ਰਿਐਕਸ਼ਨ। ਓਕੇ, ਕੁਐਸਚਨ ਨੰਬਰ 30 ਦੇਖੋ, ਹੇਠ ਲਿਖਿਆਂ ਵਿੱਚੋਂ ਕਿਹੜਾ ਤੱਤ ਖਿੱਚਣ ਯੋਗ ਨਹੀਂ ਹੈ, ਕਿ ਇਹਨੂੰ ਖਿੱਚਿਆ ਨਹੀਂ ਜਾ ਸਕਦਾ? ਵਿਚ ਇਜ਼ ਨਾਟ ਜਿਹਦੇ ਕੋਲੇ ਡਕਟਾਈਲ ਜਿਹੜੀ ਪ੍ਰੋਪਰਟੀ ਆ ਉਹ ਨਹੀਂ ਹੈ। ਚਾਂਦੀ, ਤਾਂਬਾ, ਸਲਫਰ, ਐਲੂਮੀਨੀਅਮ। ਸਲਫਰ। ਬਾਕੀ ਸਾਰਿਆਂ ਨੂੰ ਖਿੱਚਿਆ ਜਾ ਸਕਦਾ, ਚਾਂਦੀ ਨੂੰ ਵੀ ਖਿੱਚ ਕੇ ਤਾਰਾਂ ਬਣ ਜਾਂਦੀਆਂ ਨੇ, ਤਾਂਬੇ ਨੂੰ ਵੀ ਖਿੱਚ ਕੇ ਤਾਰਾਂ ਬਣ ਜਾਂਦੀਆਂ ਨੇ, ਐਲੂਮੀਨੀਅਮ ਨੂੰ ਵੀ ਖਿੱਚ ਕੇ ਤਾਰਾਂ ਬਣ ਜਾਂਦੀਆਂ ਨੇ, ਬਟ ਸਲਫਰ ਨੂੰ ਖਿੱਚ ਕੇ ਤਾਰਾਂ ਨਹੀਂ ਬਣ ਸਕਦੀਆਂ। ਨੈਕਸਟ ਕੁਐਸਚਨ ਦੇਖੋ, ਅਧਿਆਪਕ ਨੇ ਵਿੱਕੀ ਨੂੰ ਅਲੱਗ-ਅਲੱਗ 4 ਨਮੂਨੇ ਦਿੱਤੇ ਤੇ ਪੁੱਛਿਆ ਇਹਨਾਂ ਵਿੱਚੋਂ ਕਿਹੜਾ ਕਿਸ ਨੂੰ ਕੁੱਟ ਕੇ ਸ਼ੀਟ ਬਣਾਇਆ ਜਾ ਸਕਦਾ ਹੈ? ਕਿਹੜੀ ਕੁੱਟ ਕੇ ਅਸੀਂ ਸ਼ੀਟ ਬਣਾਈ ਜਾ ਸਕਦੇ ਹਾਂ? ਆਇਓਡੀਨ ਦੇ ਕ੍ਰਿਸਟਲ ਦੀ, ਸਲਫਰ ਦਾ ਟੁਕੜਾ, ਕੋਲੇ ਦਾ ਟੁਕੜਾ, ਜ਼ਿੰਕ ਦਾ ਟੁਕੜਾ। ਤੋ ਦੇਖੋ ਕਿਹੜੀ, ਆ ਤਾਂ ਤਿੰਨੋਂ ਕੀ ਨੇ? ਅਧਾਤਾਂ, ਇਹਨਾਂ ਦਾ ਤਾਂ ਨਹੀਂ ਬਣੂਗਾ। ਕਿਹਦਾ ਬਣੂਗਾ? ਸਿਰਫ ਤੇ ਸਿਰਫ ਜ਼ਿੰਕ ਦਾ। ਨੈਕਸਟ ਕੁਐਸਚਨ ਦੇਖੀਏ, ਕੁਐਸਚਨ ਨੰਬਰ 32 ਹੈ ਤੁਹਾਡੇ ਕੋਲੇ, ਨੇਮ ਦਾ ਨਾਨ ਮੈਟਲ ਐਲੀਮੈਂਟ ਹੂਜ਼ ਆਈਸੋਟੋਪ ਇਜ਼ ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ। तो इज़ नॉट गुड नॉट, ठीक है। हेठ लिखे ਜਿਹੜੇ ਤੱਤ ਨੇ ਅਧਾਤ ਦਾ ਸਮਰੂਪ ਬਿਜਲੀ ਦਾ ਕੁਚਾਲਕ ਹੈ। ਕਿਹੜਾ ਬਿਜਲੀ ਦਾ ਕੁਚਾਲਕ ਹੈ? ਸਮਰੂਪ ਦੱਸਣਾ। ਦੇਖੋ, ਗੈਲੀਅਮ, ਸਿਲੀਕਨ, ਕਾਰਬਨ, ਤਾਂਬਾ। ਅੱਛਾ, ਤੁਸੀਂ ਕਿਹੜੇ ਆਈਸੋਟੋਪ, ਕਿਹੜੇ ਸਮਰੂਪ ਪੜ੍ਹੇ? ਤੁਸੀਂ ਪੜ੍ਹੇ ਕਾਰਬਨ ਦੇ। ਕਿਹੜੇ ਹੁੰਦੇ? ਤੁਸੀਂ ਪੜ੍ਹਿਆ ਜੀ ਕਾਰਬਨ ਦਾ ਇੱਕ ਹੁੰਦਾ ਤੁਹਾਡੇ ਕੋਲੇ ਡਾਇਮੰਡ, ਹੈ ਨਾ, ਡਾਇਮੰਡ ਹੁੰਦਾ, ਤੇ ਦੂਜਾ ਕਿਹੜਾ ਹੁੰਦਾ ਤੁਹਾਡੇ ਕੋਲੇ? ਗ੍ਰੇਫਾਈਟ ਹੁੰਦਾ। ਇੱਦਾਂ ਹੀ ਹੈ ਨਾ, ਡਾਇਮੰਡ ਤੇ ਗ੍ਰੇਫਾਈਟ। ਇਹਨਾਂ 'ਚੋਂ ਕੌਣ ਵਧੀਆ ਕੰਡਕਟਰ ਹੈ? ਗ੍ਰੇਫਾਈਟ। ਕੌਣ ਕੰਡਕਟਰ ਨਹੀਂ ਹੈ? ਕੌਣ ਆਪਣੇ 'ਚੋਂ ਕਰੰਟ ਨਹੀਂ ਨਿਕਲਦਾ? ਡਾਇਮੰਡ। ਤਾਂ ਕੌਣ, ਕਿਹੜਾ ਆਪਸ਼ਨ ਹੈ ਤੁਹਾਡੇ ਕੋਲ ਇਹਦੇ ਵਿੱਚੋਂ ਦੀ? ਈਡੀ, ਕਾਰਬਨ। ਕਾਰਬਨ ਦਾ ਇੱਕ ਸਮਰੂਪ ਹੈ ਜੋ ਬਿਜਲੀ ਦਾ ਕੀ ਹੈ? ਕੁਚਾਲਕ, ਵਿਚ ਇਜ਼ ਨਾਟ ਅ ਕੰਡਕਟਰ, ਗੁੱਡ ਕੰਡਕਟਰ ਆਫ ਇਲੈਕਟ੍ਰਿਸਿਟੀ, ਦੈਟ ਇਜ਼ ਕਾਰਬਨ। ਕਾਰਬਨ ਦਾ ਕਿਹੜਾ ਸਮਰੂਪ ਹੈ? ਆਈਸੋਟੋਪ ਹੈ, ਉਹਦਾ ਨਾਮ ਕੀ ਹੈ? ਡਾਇਮੰਡ। ਠੀਕ ਹੈ ਜੀ। ਅੱਛਾ ਜੀ, ਨੈਕਸਟ ਕੁਐਸਚਨ ਦੇਖੋ, ਪਦਾਰਥ ਐਕਸ ਦੇ ਕੁਝ ਗੁਣ ਹੇਠ ਲਿਖੇ ਹਨ। ਤੁਹਾਡੇ ਕੋਲੇ ਕੋਈ ਚੀਜ਼ ਦਾ ਐਕਸ ਉਹਦੇ ਗੁਣ ਲਿਖੇ ਹੋਏ, ਉੱਚ ਪਿਘਲਾਓ ਦਰਜਾ, ਮੈਲਟਿੰਗ ਪੁਆਇੰਟ ਬੜਾ ਜ਼ਿਆਦਾ, ਬਿਜਲੀ ਕਰੰਟ ਦਾ ਸੁਚਾਲਕ, ਆਪਣੇ ਆਪ ਤੋਂ ਬਿਜਲੀ ਨਹੀਂ ਨਿਕਲਣ ਦਿੰਦਾ, ਕੁਟੀਨ ਯੋਗ, ਠੀਕ ਹੈ, ਉਹਨੂੰ ਕੁੱਟ ਕੇ ਕੀ ਕਰ ਸਕਦੇ ਆ? ਉਹਦੀਆਂ ਸ਼ੀਟਾਂ ਬਣਾ ਸਕਦੇ ਆ। ਐਕਸ ਦੀ ਪਛਾਣ ਕਰੋ। ਸਿਲੀਕਨ, ਸੋਡੀਅਮ ਕਲੋਰਾਈਡ, ਆਇਰਨ, ਕਾਰਬਨ। ਕਿਉਂਕਿ ਤੁਹਾਨੂੰ ਦਿਖ ਕੇ ਹੀ ਪਤਾ ਲੱਗ ਗਿਆ ਕੌਣ ਸਹੀ ਹੈ। ਆਇਰਨ ਦਾ ਜਿਹੜਾ ਮੈਲਟਿੰਗ ਪੁਆਇੰਟ ਹੈ 1539 ਡਿਗਰੀ ਸੈਲਸੀਅਸ ਹੁੰਦਾ ਹੈ, ਠੀਕ ਹੈ। ਪਿਘਲਾਓ ਦਰਜਾ ਬਹੁਤ ਉੱਚਾ, ਬਿਜਲੀ ਕਰੰਟ ਦਾ ਸੁਚਾਲਕ, ਆਪਣੇ ਆਪ 'ਚੋਂ ਕਰੰਟ ਨੂੰ ਨਿਕਲਣ ਦਿੰਦਾ ਹੈ। ਕੁਟੀਨ ਯੋਗ, ਕੁੱਟ ਕੇ ਇਹਦੀਆਂ ਕੀ ਬਣਾ ਸਕਦੇ ਹਾਂ ਅਸੀਂ? ਸ਼ੀਟਸ ਬਣਾ ਸਕਦੇ ਹਾਂ। ਲਓ ਜੀ, ਨੈਕਸਟ ਦੇਖੋ, ਕੁਐਸਚਨ ਨੰਬਰ 34th। ਜੋ 34th ਕੁਐਸਚਨ ਨੰਬਰ ਹੈ ਉਹ ਹੈ ਤੁਹਾਡੇ ਕੋਲੇ, ਕਿਹੜਾ ਤੱਤ ਹਵਾ ਵਿਚਲੀ ਆਕਸੀਜਨ ਨਾਲ ਤਿੱਖੀ ਕਿਰਿਆ ਕਰਦਾ ਹੈ? ਠੀਕ ਹੈ ਜੀ। ਤੋ ਜਿਹੜਾ ਕੁਐਸਚਨ ਨੰਬਰ 34th ਹੈ ਉਹ ਹੈ ਤੁਹਾਡੇ ਕੋਲੇ, ਵਿਚ ਐਲੀਮੈਂਟ ਰਿਐਕਟਸ ਵਿਦ ਵਿਗਰਸਲੀ ਮਤਲਬ ਐਨ ਜੋਰਾਂ ਸ਼ੋਰਾਂ ਨਾਲ, ਧਮਾਕਿਆਂ ਦੇ ਨਾਲ। ਕੌਣ ਕਰਦਾ? ਕਾਰਬਨ, ਸੋਡੀਅਮ, ਸੋਨਾ, ਚਾਂਦੀ। ਤੋ ਤੁਹਾਨੂੰ ਕੀ ਕੀਤਾ ਸੀ ਅਸੀਂ ਉਸ ਦਿਨ? ਛੋਟਾ ਜਿਹਾ ਸੋਡੀਅਮ ਦਾ ਪੀਸ ਲਿਆ ਸੀ, ਉਹਦੇ ਉੱਤੇ ਪਾਣੀ ਦਾ ਇੱਕ ਡ੍ਰੌਪ ਪਾ ਕੇ ਦੇਖਿਆ ਸੀ, ਕੀ ਹੋਇਆ ਸੀ? ਇੱਕਦਮ ਤੜ ਦੀਆਂ ਆਵਾਜ਼ਾਂ ਆਈਆਂ ਸੀ, ਅੱਗ ਵੀ ਨਿਕਲੀ ਸੀ, ਹੈ ਨਾ। ਤੇ ਸੋਡੀਅਮ ਨੇ ਕੀ ਕੀਤਾ ਸੀ? ਛਾਲ ਵੀ ਮਾਰੀ ਸੀ, ਹੈ ਨਾ। ਫਿਰ ਤੁਸੀਂ ਡਰ ਗਏ ਸੀ ਸਾਰੇ ਜਾਣੇ। ਤਾਂ ਕਿਹੜੀ ਹੈ ਉਹ? ਸੋਡੀਅਮ ਹੈ, ਜੋ ਕੀ ਕਰਦੀ ਹੈ ਤੁਹਾਡੇ ਕੋਲੇ? ਹਵਾ ਦੇ ਨਾਲ ਵਿਗਰਸਲੀ ਰਿਐਕਟ ਕਰਦੀ ਹੈ। ਜੇ ਇਹਨੂੰ ਅਸੀਂ ਇੱਦਾਂ ਖੁੱਲ੍ਹੇ 'ਚ ਪਿਆ ਰਹਿਣ ਦਈਏ, ਉਹ ਤਾਂ ਅਸੀਂ ਉੱਤੇ ਪਾਣੀ ਦੀ ਇੱਕ ਡ੍ਰੌਪ ਪਾਈ ਸੀ, ਅਗਰ ਇਹਨੂੰ ਖੁੱਲ੍ਹੇ 'ਚ ਵੀ ਪਏ ਰਹਿਣ ਦਈਏ, ਹਵਾ ਦੇ ਵਿੱਚ ਕੀ ਹੁੰਦੀ ਹੈ? ਨਮੀ, ਹਿਊਮਿਡਿਟੀ, ਉਹ ਉਹਦੇ ਨਾਲ ਵੀ ਰਿਐਕਟ ਕਰਕੇ ਕੀ ਕਰੂਗਾ? ਉੱਦਾਂ ਹੀ ਰਿਐਕਟ ਕਰੂਗਾ ਜਿੱਦਾਂ ਉਸ ਦਿਨ ਪਾਣੀ ਦੇ ਨਾਲ ਕਰਦਾ ਪਿਆ ਸੀ। ਠੀਕ ਹੈ ਜੀ। ਸੋਡੀਅਮ ਅਤੇ ਪੋਟਾਸ਼ੀਅਮ ਨੂੰ ਕਿਸ ਵਿੱਚ ਸਟੋਰ ਕਰਕੇ ਰੱਖਿਆ ਜਾਂਦਾ ਹੈ? ਲਓ ਜੀ,
ਆ ਗਿਆ ਉਹੀ ਮੈਂ ਤੁਹਾਨੂੰ ਕਿਹਾ ਨਾ ਕਿ ਇਹਨੂੰ ਸਪੈਸ਼ਲ ਸਟੋਰ ਕਰਕੇ ਰੱਖਦੇ ਆ, ਸਪੈਸ਼ਲ ਤਰੀਕੇ ਦੇ ਨਾਲ ਕਰਕੇ ਰੱਖਦੇ ਆ। ਪਾਣੀ ਵਿੱਚ, ਮਿੱਟੀ ਦੇ ਤੇਲ ਵਿੱਚ, ਕੱਚ ਦੀ ਬੋਤਲ ਵਿੱਚ, ਪਲਾਸਟਿਕ ਦੀ ਬੋਤਲ ਵਿੱਚ। ਕਿਹਦੇ ਵਿੱਚ? ਮਿੱਟੀ ਦੇ ਤੇਲ ਵਿੱਚ। ਕਿਉਂਕਿ ਜਦੋਂ ਤੁਸੀਂ ਉਸ ਦਿਨ ਉਹ ਸੋਡੀਅਮ ਦੇ ਪੀਸ ਨੂੰ ਤੁਹਾਨੂੰ ਮੈਂ ਹੱਥ ਲਵਾਇਆ ਜਾਂ ਤੁਸੀਂ ਉਹਨੂੰ ਸੁੰਘੇ, ਤੁਸੀਂ ਕੀ ਕਿਹਾ ਸੀ? ਹਾਈ ਇਹਦੇ 'ਚ ਤਾਂ ਮਿੱਟੀ ਦੇ ਤੇਲ ਦੀ ਸਮੈਲ ਆਉਂਦੀ ਹੈ। ਤਾਂ ਕਿਹਦੇ ਵਿੱਚ ਉਹਨੂੰ ਸਟੋਰ ਕਰਕੇ ਰੱਖਦੇ ਆ? ਮਿੱਟੀ ਦੇ ਤੇਲ ਦੇ ਵਿੱਚ ਸਟੋਰ ਕਰਕੇ ਰੱਖਦੇ ਆ। ਅੱਛਾ ਜੀ, ਹੇਠ ਲਿਖਿਆਂ ਵਿੱਚੋਂ ਕਿਹੜੀ ਅਧਾਤ ਨੂੰ ਪਾਣੀ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ? ਆਕਸੀਜਨ ਨੂੰ, ਨਾਈਟ੍ਰੋਜਨ ਨੂੰ, ਫਾਸਫੋਰਸ ਨੂੰ, ਕਲੋਰੀਨ ਨੂੰ। ਕਿਹਨੂੰ ਪਾਣੀ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ? ਇਹਦੇ ਵਿੱਚੋਂ ਪਾਣੀ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ ਫਾਸਫੋਰਸ ਨੂੰ। ਠੀਕ ਹੈ ਜੀ। ਅੱਛਾ ਜੀ, ਉਸ ਤੋਂ ਬਾਅਦ ਨੈਕਸਟ ਦੇਖੋ, ਐਲੂਮੀਨੀਅਮ ਧਾਤ ਸੋਡੀਅਮ ਹਾਈਡਰੋਕਸਾਈਡ ਦੇ ਤਾਜ਼ੇ ਘੋਲ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀ ਹੈ? ਤੋ ਤੁਹਾਡੇ ਕੋਲੇ ਸੋਡੀਅਮ ਹਾਈਡਰੋਕਸਾਈਡ ਦਾ ਤਾਜ਼ਾ ਬਣਿਆ ਘੋਲ ਹੈ ਤੇ ਨਾਲ ਤੁਹਾਡੇ ਕੋਲੇ ਕੀ ਹੈ? ਐਲੂਮੀਨੀਅਮ। ਠੀਕ ਹੈ ਜੀ। ਤੋ ਕਹਿੰਦਾ ਪਿਆ ਇੱਥੇ ਤੁਹਾਡੇ ਕੋਲੇ ਕਿਹੜੀ ਗੈਸ ਨਿਕਲੂਗੀ? ਆਕਸੀਜਨ ਗੈਸ ਨਿਕਲੂਗੀ, ਹਾਈਡਰੋਜਨ ਗੈਸ ਨਿਕਲੂਗੀ, ਨਾਈਟ੍ਰੋਜਨ ਗੈਸ ਨਿਕਲੂਗੀ, ਕਾਰਬਨ ਡਾਈਆਕਸਾਈਡ ਗੈਸ ਨਿਕਲੂਗੀ। ਇੱਕ ਧਿਆਨ ਨਾਲ ਦੇਖੋ, ਇੱਥੇ ਨਾਈਟ੍ਰੋਜਨ ਹੈ ਕਿਤੇ? ਕੋਈ ਪਿਆ ਉਹਦਾ ਐਟਮ? ਨਹੀਂ। ਤਾਂ ਨਾਈਟ੍ਰੋਜਨ ਨੂੰ ਤਾਂ ਕਾਟਾ ਮਾਰ ਦਿਓ। ਕਾਰਬਨ ਡਾਈਆਕਸਾਈਡ ਕਿਤੇ ਕਾਰਬਨ ਹੈ? ਨਹੀਂ, ਇਹਨੂੰ ਵੀ ਕਾਟਾ ਮਾਰ ਦਿਓ। ਹੁਣ ਬਚਦੀ ਕਿਹੜੀ? ਆਕਸੀਜਨ ਤੇ ਹਾਈਡਰੋਜਨ। ਤਾਂ ਕਿਹੜੀ ਗੈਸ ਨਿਕਲਦੀ ਹੈ? ਦੋ ਬਚ ਗਈਆਂ, ਆਕਸੀਜਨ ਤੇ ਹਾਈਡਰੋਜਨ। ਕਿਹੜੀ ਗੈਸ ਨਿਕਲਦੀ ਹੈ? ਇਸ ਦੌਰਾਨ ਇੱਕ ਪ੍ਰੋਡਕਟ ਬਣਦਾ ਹੋਰ ਨਾਲ, ਹਾਈਡਰੋਜਨ ਗੈਸ ਨਿਕਲਦੀ ਹੈ। ਤੇ ਜਦੋਂ ਅਸੀਂ ਉਹਦੇ ਕੋਲੇ ਤੀਲੀ ਲੈ ਕੇ ਜਾਂਦੇ ਹਾਂ ਜਗਦੀ ਹੋਈ, ਕਿੱਦਾਂ ਦੀ ਸਾਊਂਡ ਆਉਂਦੀ ਹੈ? ਪੌਪ ਦੀ ਸਾਊਂਡ ਆਉਂਦੀ ਹੈ। ਠੀਕ ਹੈ। ਤਾਂ ਕਿਹੜੀ ਗੈਸ ਹੈ ਤੁਹਾਡੇ ਕੋਲੇ? ਹਾਈਡਰੋਜਨ। ਨੈਕਸਟ ਦੇਖੋ, ਨੈਕਸਟ ਤੁਹਾਡੇ ਕੋਲੇ ਹੈ ਕੁਐਸਚਨ, ਜਿਹੜਾ ਕੁਐਸਚਨ ਨੰਬਰ 38 ਹੈ, ਉਹ ਤੁਹਾਨੂੰ ਪੁੱਛਦਾ ਪਿਆ ਜੇ ਤੁਹਾਡੇ ਕੋਲੇ ਸਲਫਰ ਡਾਈਆਕਸਾਈਡ ਗੈਸ ਹੈ, ਇਹਦਾ ਸੁਭਾਅ ਕਿੱਦਾਂ ਦਾ ਹੋਊਗਾ? ਤੇਜ਼ਾਬੀ, ਖਾਰੀ, ਉਦਾਸੀਨ, ਤੇਜ਼ਾਬੀ ਵੀ ਤੇ ਖਾਰੀ ਵੀ। ਜਿਹੜਾ ਸਲਫਰ ਡਾਈਆਕਸਾਈਡ ਹੈ ਉਹਦਾ ਸੁਭਾਅ ਕਿੱਦਾਂ ਦਾ ਹੁੰਦਾ ਭਲਾ? ਤਾਂ ਜੋ ਸਲਫਰ ਹੈ ਨਾ, ਉਹ ਤੁਹਾਡੇ ਕੋਲੇ ਅਧਾਤ ਹੈ। ਅਧਾਤ ਦਾ ਜਿਹੜਾ ਆਕਸਾਈਡ ਹੁੰਦਾ ਉਹ ਕੀ ਹੁੰਦਾ? ਤੇਜ਼ਾਬੀ। ਤਾਂ ਦੇਖੋ ਕਿੱਥੇ ਹੈ ਤੇਜ਼ਾਬੀ। ਠੀਕ ਹੈ ਜੀ। ਨੈਕਸਟ ਆਓ ਤੁਹਾਡੇ ਕੋਲੇ, ਭੋਜਨ ਪਦਾਰਥ ਵਿੱਚ ਕੇਨ ਅੰਦਰੋਂ ਜ਼ਿੰਕ ਦੀ ਬਜਾਏ ਟਿਨ ਨਾਲ ਕੋਟ ਕੀਤੀਆਂ ਜਾਂਦੀਆਂ ਹਨ। ਅੱਛਾ ਜੀ, ਅਜਿਹਾ ਕਿਉਂ? ਕਹਿੰਦਾ ਜਿਹੜੇ ਭੋਜਨ ਪਦਾਰਥ ਜਿਨ੍ਹਾਂ ਦੇ ਵਿੱਚ ਅਸੀਂ ਆਪਣਾ ਭੋਜਨ ਰੱਖਦੇ ਆ ਨਾ, ਠੀਕ ਹੈ, ਉਹ ਅੰਦਰੋਂ ਕਿਹਦੇ ਨਾਲ ਪੇਂਟ ਕੀਤੀਆਂ ਜਾਂਦੀਆਂ ਨੇ? ਉਹ ਕੇਨ ਅੰਦਰੋਂ ਜ਼ਿੰਕ ਦੀ ਬਜਾਏ ਟਿਨ ਦੇ ਨਾਲ ਕੋਟ ਕੀਤੀਆਂ ਜਾਂਦੀਆਂ ਨੇ। ਮਤਲਬ ਤੁਹਾਡੇ ਕੋਲ ਸਪੋਜ਼ ਕਰ ਲਓ ਇੱਕ ਭਾਂਡਾ ਹੈ, ਉਹਨੂੰ ਅੰਦਰ ਕਹਿੰਦਾ ਜ਼ਿੰਕ ਦੇ ਨਾਲ ਪੇਂਟ ਨਹੀਂ ਕਰਦੇ। ਕਿਹਦੇ ਨਾਲ ਪੇਂਟ ਕਰਦੇ? ਟਿਨ ਦੇ ਨਾਲ ਪੇਂਟ ਕਰਦੇ। ਅਜਿਹਾ ਕਿਉਂ? ਜ਼ਿੰਕ ਟਿਨ ਨਾਲੋਂ ਮਹਿੰਗਾ ਹੈ, ਜ਼ਿੰਕ ਦਾ ਪਿਘਲਾਓ ਦਰਜਾ ਟਿਨ ਤੋਂ ਜ਼ਿਆਦਾ ਹੈ, ਜ਼ਿੰਕ ਟਿਨ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੈ, ਜ਼ਿੰਕ ਟਿਨ ਨਾਲੋਂ ਘੱਟ ਕਿਰਿਆਸ਼ੀਲ ਹੈ। ਜ਼ਿੰਕ ਬਹੁਤ ਰਿਐਕਟਿਵ ਹੈ। ਠੀਕ ਹੈ। ਅਸੀਂ ਨਹੀਂ ਚਾਹੁੰਦੇ ਸਾਡਾ ਭੋਜਨ ਖਰਾਬ ਹੋ ਜਾਏ ਤੇ ਉਹ ਖਾ ਕੇ ਅਸੀਂ ਬਿਮਾਰ ਹੋਈਏ। ਅਸੀਂ ਕਿੰਨਾ ਕੋਟਿੰਗ ਕਰਾਂਗੇ? ਉਸ ਚੀਜ਼ ਨਾਲ ਕੋਟਿੰਗ ਕਰਾਂਗੇ ਅੰਦਰੋਂ ਜਿਹੜੀ ਭੋਜਨ ਦੇ ਨਾਲ ਰਿਐਕਟ ਨਾ ਕਰੇ। ਤਾਂ ਅਸੀਂ ਕੀ ਕਵਾਂਗੇ? ਅਸੀਂ ਕਵਾਂਗੇ ਜਿਹੜਾ ਜ਼ਿੰਕ ਹੈ ਉਹ ਟਿਨ ਤੋਂ ਜ਼ਿਆਦਾ ਕਿਰਿਆਸ਼ੀਲ ਹੈ। ਇਸ ਕਰਕੇ ਜ਼ਿੰਕ ਕੀ ਕਰੂਗਾ? ਸਾਡੇ ਭੋਜਨ ਨਾਲ ਰਿਐਕਟ ਕਰ ਜੂਗਾ। ਸਾਨੂੰ ਕਿਹੜਾ ਚਾਹੀਦਾ? ਟਿਨ। ਕਿਉਂ ਟਿਨ? ਜੇ ਜ਼ਿੰਕ ਜ਼ਿਆਦਾ ਕਿਰਿਆਸ਼ੀਲ ਹੈ ਤਾਂ ਟਿਨ ਕੀ ਹੋ ਗਿਆ? ਘੱਟ ਕਿਰਿਆਸ਼ੀਲ ਹੋ ਗਿਆ। ਤਾਂ ਈੜੀ ਜੋ ਹੈ ਸਹੀ ਹੈ। ਉਸ ਤੋਂ ਬਾਅਦ ਨੈਕਸਟ ਲਾਸਟ ਕੁਐਸਚਨ ਹੈ, ਕਿਸ ਅਧਾਤ ਦਾ ਬੈਂਗਣੀ ਰੰਗ ਦਾ ਘੋਲ ਐਂਟੀਬਾਇਓਟਿਕ ਦੇ ਰੂਪ ਵਿੱਚ ਜ਼ਖਮਾਂ ਤੇ ਲਾਇਆ ਜਾਂਦਾ ਹੈ? ਬਹੁਤ ਸੌਖਾ। ਕਿਹੜਾ ਹੁੰਦਾ? ਆਇਓਡੀਨ ਦਾ, ਹੈ ਨਾ। ਤੁਸੀਂ ਕਦੀ ਦਾੜ ਕਢਾ ਕੇ ਆਓ, ਤੁਹਾਨੂੰ ਡਾਕਟਰ ਕੀ ਕਹਿੰਦੇ ਆ? ਕਹਿੰਦੇ ਆਲੋ ਪੁੜੀ ਜੀ ਦਿੰਦੇ ਆ ਨਾ, ਉਹ ਕਹਿੰਦੇ ਇਹਦੇ ਕੀ ਪਾਣੇ? 2-3 ਦਾਣੇ ਪਾ ਲੈਣੇ, ਫਿਰ ਘੋਲ ਲੈਣਾ ਤੇ ਉਹਦੇ ਨਾਲ ਕੁਰਲੀ ਕਰ ਲੈਣੀ, ਹੈ ਨਾ। ਉਹ ਕੀ ਹੁੰਦਾ ਹੈ? ਤੁਹਾਡੇ ਕੋਲੇ ਗਾਗਲਸ ਕਰ ਲੈਣੇ, ਕੁਰਲੀ ਕਰ ਲੈਣੀ, ਕੁਰਲੇ ਕਰ ਲੈਣੇ। ਆਇਓਡੀਨ। ਠੀਕ ਹੈ। ਨੋਰਮਲੀ ਕਦੀ ਕਿਸੇ ਦੇ ਸੱਟ ਵੀ ਲੱਗ ਜਾਏ ਤਾਂ ਅਸੀਂ ਕੀ ਕਰਦੇ ਹਾਂ? ਉਹਦੇ ਵਿੱਚ ਫਟਾਫਟ ਕੀ ਕਰਦੇ ਹਾਂ? ਉਹਦਾ ਆਇਓਡੀਨ ਦਾ ਸੋਲਿਊਸ਼ਨ ਲਾ ਦਿੰਦੇ ਹਾਂ ਉਹਦੇ ਉੱਤੇ। ਠੀਕ। ਉਹ ਕੀ ਕੰਮ ਕਰਦਾ? ਐਂਟੀਬਾਇਓਟਿਕ ਦਾ। ਉਹਦੇ ਜ਼ਖਮ ਨੂੰ ਬਚਾ ਕੇ ਰੱਖਦਾ, ਉਹਦੇ ਜ਼ਖਮ ਨੂੰ ਗਲਣ ਨਹੀਂ ਦਿੰਦਾ। ਠੀਕ ਹੈ ਜੀ। ਲਓ, ਇਹ ਹੈ ਤੁਹਾਡੇ ਕੋਲੇ ਦਾ 40th ਕੁਐਸਚਨ। ਤਾਂ ਸਾਰੇ ਕੁਐਸਚਨਸ ਨੂੰ ਵਧੀਆ ਤਰੀਕੇ ਦੇ ਨਾਲ ਕਰਨਾ। ਇੱਕੋ ਕੁਐਸਚਨ ਦਿੱਤਾ ਮੈਂ ਤੁਹਾਨੂੰ 25th, ਉਹ ਤੁਸੀਂ ਆਪਣੇ ਆਪ ਕਰਿਓ।